ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਘਰ ਦੇ ਵਿੱਚ ਰਾਏ ਭੋਇੰ ਦੀ ਤਲਵੰਡੀ, ਜਿਹਨੂੰ ਅਸੀਂ ਅੱਜ ਨਨਕਾਣਾ ਸਾਹਿਬ ਪਵਿੱਤਰ ਅਸਥਾਨ ਦੇ ਨਾਮ ਦੇ ਨਾਲ ਜਾਣਦੇ ਹਾਂ, ਆਪਣੇ ਘਰ ਦੇ ਵਿੱਚ ਬੈਠ ਕੇ ਸਤਿਗੁਰੂ ਜੀ ਮਾਤਾ ਪਿਤਾ ਜੀ ਨੂੰ ਉਪਦੇਸ਼ ਦੇ ਰਹੇ ਨੇ। ਉਪਦੇਸ਼ ਦਾ ਮਤਲਬ ਕਿ ਗੁਰੂ ਸਾਹਿਬ ਮਹਾਰਾਜ ਜੀ ਨੇ ਜੋ ਮਾਇਆਵੀ ਪਰਦਾ ਬਣਿਆ ਸੀ ਉਹ ਸਤਿਗੁਰੂ ਜੀ ਨੇ ਉਠਾ ਦਿੱਤਾ। ਉੜਿਆਰ ਤੋਂ ਸਚਿਆਰ ਵਾਲਾ ਸਫ਼ਰ ਜਿਹੜਾ ਸੀ ਉਹ ਤੈਅ ਕਰਵਾਇਆ। ਸੰਸਾਰ ਤੋਂ ਨਿਰੰਕਾਰ ਤੱਕ ਦਾ ਸਫ਼ਰ ਤੈਅ ਕਰਵਾ ਰਹੇ ਨੇ। ਇਸ ਜੀਵਨ ਯਾਤਰਾ ਨੂੰ ਗੁਰੂ ਮਹਾਰਾਜ ਜੀ ਉਪਦੇਸ਼ ਦੇ ਕੇ ਸਫਲਿਆਂ ਕਰਨ ਦਾ ਯਤਨ ਕਰ ਰਹੇ, ਔਰ ਇਸ ਉਪਦੇਸ਼ ਦੇ ਨਾਲ ਨਾਲ ਅਸੀਂ ਵੀ ਆਪਣੇ ਜਨਮ ਨੂੰ ਸਫਲ ਕਰਨਾ ਹੈ। ਤੇ ਜਨਮ ਸਫਲ ਕਰਨ ਵਾਸਤੇ ਜੁਗਤੀ ਹੈ, ਤੇ ਜਿਹਨੇ ਮਨ ਕਰਕੇ ਇਸ ਜੁਗਤੀ ਨੂੰ ਸਮਝ ਲਿਆ ਉਹਦੀ ਜੀਵਨ ਯਾਤਰਾ ਸਫਲ ਹੈ। ਗੁਰ ਕਿਰਪਾ ਜਹ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਗੁਰੂ ਮਹਾਰਾਜ ਜੀ ਨੇ ਸਮਝਾਇਆ ਕਿ ਹਰ ਪ੍ਰਾਣੀ ਨਿਰੰਕਾਰ ਪਰਮੇਸ਼ਵਰ ਨੂੰ ਪਾਉਣਾ ਚਾਹੁੰਦਾ ਹੈ, ਕਿਉਂਕਿ ਜਦੋਂ ਪਿਤਾ ਜੀ ਦੀ ਸੁਰਤ ਨੂੰ ਰਜਗੁਣ, ਕਾਮਗੁਣ, ਸਤਗੁਣ ਤੋਂ ਬਾਹਰ ਲਿਆਂਦਾ ਤੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਵੀ ਕਿ ਜਨਮ ਕਿਵੇਂ ਲਿਖੇ ਲੱਗੇਗਾ, ਪਰਮੇਸ਼ਵਰ ਦਾ ਮਿਲਾਪ ਕਿਸ ਤਰ੍ਹਾਂ ਹੋਵੇਗਾ। ਤੇ ਗੁਰੂ ਸਾਹਿਬ ਮਹਾਰਾਜ ਨੇ ਆਖਿਆ ਜਿਵੇਂ ਇੱਕ ਰੁੱਖ ਹੁੰਦਾ ਨਾ, ਬੀਜ ਤੋਂ ਬੀਜ ਤੱਕ ਦਾ ਸਫ਼ਰ ਹੈ। ਅਸੀਂ ਧਰਤੀ ਦੇ ਵਿੱਚ ਬੀਜ ਪਾਇਆ, ਹੁਣ ਉਸ ਬੀਜ ਨੂੰ ਕਿੱਥੋਂ ਪ੍ਰਾਪਤ ਕਰਨਾ ਹੈ? ਉਹਦਾ ਮਿੱਟੀ ਦੇ ਵਿੱਚ ਘੁਲ ਮਿਲ ਗਿਆ, ਉਸੇ ਹੀ ਬੀਜ ਤੋਂ ਇੱਕ ਬੂਟਾ ਬਣਿਆ, ਇੱਕ ਰੁੱਖ ਬਣਿਆ, ਪੱਤੇ ਵੀ ਆ ਗਏ, ਫੁੱਲ ਵੀ ਆ ਗਏ, ਇੱਕ ਦਿਨ ਫਲ ਵੀ ਲੱਗ ਗਿਆ। ਉਹਨੂੰ ਜਿਹੜਾ ਧਰਤੀ ਦੇ ਵਿੱਚ ਬੀਜ ਦਬਿਆ ਸੀ ਉਹ ਮਿਲਣਾ ਕਿੱਥੇ ਹੈ? ਉਹ ਬੀਜ ਮਿਲਣਾ ਫਲ ਦੇ ਵਿੱਚੋਂ। ਇਹੀ ਕੁਦਰਤ ਹੈ। ਕਾਦਰ ਨੂੰ ਵੀ ਅਸੀਂ ਇਸੇ ਤਰ੍ਹਾਂ ਹੀ ਪਾਉਣਾ ਹੈ, ਕੁਦਰਤ ਵਿੱਚੋਂ ਪਾਉਣਾ ਹੈ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਉਹ ਕੁਦਰਤ ਵਿੱਚ ਹੀ ਵਸਦਾ ਹੈ। ਪਰ ਕੈਸੇ ਕਮਾਲ ਦੀ ਵਿਚਾਰ ਕਿ ਜਿਹੜਾ ਬੀਜ ਅਸੀਂ ਜ਼ਮੀਨ ਦੇ ਵਿੱਚ ਦੱਬਿਆ, ਉਸੇ ਹੀ ਬੀਜ ਤੋਂ ਬੂਟਾ, ਰੁੱਖ, ਇੱਕ ਦਿਨ ਫਲ, ਫੁੱਲ ਤੇ ਫਲ ਲੱਗ ਗਿਆ। ਹੁਣ ਉਹ ਬੀਜ ਨੂੰ ਅਸੀਂ ਜੇ ਦੇਖਣਾ ਚਾਹੀਏ ਤੇ ਕਿੱਥੋਂ ਦੇਖਾਂਗੇ? ਉਹ ਜਿਹੜਾ ਅਖੀਰ ਸਿਖਰ ਤੇ ਫਲ ਹੈ, ਉਸ ਫਲ ਦੇ ਵਿੱਚੋਂ ਦੀ ਉਹ ਬੀਜ ਸਾਨੂੰ ਦਿਸਣਾ ਹੈ। ਕਿਉਂਕਿ ਇੱਕ ਬੀਜ ਤੋਂ ਸਫ਼ਰ ਫਲ ਤੱਕ ਹੈ, ਫਲ ਤੋਂ ਅੱਗੇ ਕਿੱਥੇ ਜਾਣਾ ਹੈ? ਅੱਗੇ ਕਿਤੇ ਵੀ ਨਹੀਂ। ਬੀਜ ਦਾ ਸਫ਼ਰ ਹੀ ਫਲ ਤੱਕ ਹੈ। ਅਸੀਂ ਵੀ ਗੁਰੂ ਦਰ ਤੇ ਆ ਰਹੇ ਹਾਂ, ਸੰਗਤ ਕਰ ਰਹੇ ਹਾਂ, ਬਾਣੀ ਦਾ ਅਭਿਆਸ ਕਰ ਰਹੇ ਹਾਂ, ਅਸੀਂ ਵੀ ਉਸ ਫਲ ਤੱਕ ਪਹੁੰਚਣਾ ਹੈ। ਤੇ ਉਹ ਫਲ ਦਾ ਨਾਮ ਹੈ ਪਰਮੇਸ਼ਵਰ, ਉਸ ਫਲ ਦਾ ਨਾਮ ਹੈ ਅਕਾਲ ਪੁਰਖ, ਉਸ ਫਲ ਦਾ ਨਾਮ ਹੈ ਪਰਮਾਤਮਾ। ਪਰ ਉਹ ਫਲ ਕਿਵੇਂ ਮਿਲੇਗਾ? ਜਾਂ ਇਸ ਤਰ੍ਹਾਂ ਵੀ ਸੌਖਾ ਕਰਦੇ ਹਾਂ ਕਿ 12 ਮਾਹਾਂ ਦਾ ਪਾਠ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ, ਰਾਮ ਤੋਂ ਲੈ ਕੇ ਕਿੱਥੇ ਤੱਕ ਚੱਲਣਾ ਹੈ? ਫਲ ਗੁਣ ਤੱਕ। ਜਿਹੜੇ ਇਹਦੇ ਦਰਮਿਆਨ ਸ਼ਬਦ ਆਏ ਨੇ ਉਹ ਸਾਨੂੰ ਉਸ ਰਾਹ ਵੱਲ ਤੋਰਦੇ ਨੇ ਕਿ ਇੱਕ ਦਿਨ ਤੁਸੀਂ ਉਸ ਬੀਜ ਤੱਕ ਪਹੁੰਚ ਜਾਓ, ਤੇ ਜਦੋਂ ਪਹੁੰਚੋਗੇ ਤੇ ਤੁਸੀਂ ਆਪ ਕਹੋਗੇ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟਿਆ। ਪ੍ਰਗਟੇ ਦਾ ਮਤਲਬ ਕੀ ਸੀ? ਉਹ ਬੀਜ ਫਲ ਦੇ ਵਿੱਚ ਸੀ। ਜਿਹੜਾ ਬੀਜ ਫਲ ਦੇ ਵਿੱਚ ਸੀ ਉਹਨੇ ਪ੍ਰਗਟ ਹੋਣਾ, ਜੋ ਹੈ ਹੀ ਨਹੀਂ ਉਹਨੇ ਕੀ ਪ੍ਰਗਟ ਹੋਣਾ? ਜਦੋਂ ਅਸੀਂ ਫਲ ਨੂੰ ਖੋਲਾਂਗੇ ਉਹਦੇ ਵਿੱਚੋਂ ਬੀਜ ਪ੍ਰਗਟ ਹੁੰਦਾ ਹੈ, ਪਰ ਜੇ ਬੀਜ ਨਹੀਂ ਤੇ ਫਿਰ ਉਹ ਪ੍ਰਗਟ ਕਿੱਥੋਂ ਹੋਏਗਾ? ਇਸ ਲਈ ਉਹਨੇ ਪ੍ਰਗਟ ਹੋਣਾ ਹੈ। ਉਹ ਬੀਜ ਹੈ, ਪਰ ਉਹਨੂੰ ਪਾਉਣ ਵਾਸਤੇ ਆ ਜੁਗਤੀ ਸਮਝਣੀ ਪੈਣੀ ਹੈ। ਅਸੀਂ ਕੇਵਲ ਦਰਖਤ ਨਾਲ ਜੁੜ ਗਏ ਕਿਉਂਕਿ ਸਾਨੂੰ ਦਿਖਾਈ ਦੇ ਰਿਹਾ ਹੈ, ਅਸੀਂ ਉਹਦੀਆਂ ਟਾਹਣੀਆਂ ਨਾਲ ਜੁੜ ਗਏ ਕਿਉਂਕਿ ਦਿਖਾਈ ਦੇ ਰਿਹਾ ਹੈ, ਅਸੀਂ ਫੁੱਲ ਨਾਲ ਜੁੜ ਗਏ ਦਿਖਾਈ ਦੇ ਰਿਹਾ ਹੈ, ਪਰ ਅਸੀਂ ਉਸ ਬੀਜ ਨਾਲ ਨਹੀਂ ਜੁੜੇ ਜੋ ਨਹੀਂ ਦਿਖਾਈ ਦੇ ਰਿਹਾ। ਉਹ ਨਹੀਂ ਜੁੜੇ, ਇਹਦਾ ਕਾਰਨ ਵੀ ਹੈ ਕਿ ਉਹ ਦਿਖਾਈ ਨਹੀਂ ਦੇ ਰਿਹਾ। ਕੁਦਰਤ ਦਿਸਦੀ ਹੈ ਪਰ ਕੁਦਰਤ ਵਿੱਚ ਕਾਦਰ ਨਹੀਂ ਦਿਸਦਾ। ਜਿਵੇਂ ਫੁੱਲ ਦਿਸਦਾ ਹੈ, ਉਹਦੇ ਵਿੱਚੋਂ ਖੁਸ਼ਬੂ ਨਹੀਂ ਦਿਸਦੀ। ਹਵਾ ਹੈ, ਮਹਿਸੂਸ ਕਰਦੇ ਹਾਂ ਪਰ ਦਿਸਦੀ ਨਹੀਂ ਹੈ। ਇਸ ਲਈ ਉਹ ਪ੍ਰਗਟ ਕਰਨਾ ਪੈਣਾ ਹੈ। ਉਹ ਪ੍ਰਗਟ ਕਿਵੇਂ ਹੋਏਗਾ? ਜਦੋਂ ਅਸੀਂ ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਘਣਾ ਤੋਂ ਸ਼ੁਰੂ ਹੋਵਾਂਗੇ। ਤੇ ਨਾਲ ਨਾਲ ਸਤਿਗੁਰੂ ਜੀ ਨੇ ਸਮਝਾਉਣਾ ਹੈ, ਤੇ ਜਿਵੇਂ ਜਿਵੇਂ ਅਸੀਂ ਸਮਝਦੇ ਚੱਲਾਂਗੇ ਇੱਕ ਦਿਨ ਸਾਡੇ ਅੰਦਰ ਫਿਰ ਅਸਨ ਪ੍ਰੇਮ ਉਮਾਹੜਾ ਵਾਲੀ ਖੇਡ ਬਣ ਜਾਏਗੀ। ਫਿਰ ਇੱਕ ਦਿਨ ਇਹ ਵੀ ਕਲੀਅਰ ਹੋ ਜਾਏਗਾ ਵੀ ਕਰਮ ਤੇਰਾ ਹੈ। ਜੇ ਤੂੰ ਫਲ ਤੱਕ ਪਹੁੰਚ ਗਿਆ, ਬੀਜ ਨਹੀਂ ਪ੍ਰਾਪਤ ਕਰ ਸਕਿਆ, ਫਿਰ ਵੀ ਤੇਰਾ ਕਰਮ ਹੈ। ਤਦ ਤੱਕ ਕਰਮ ਕਮਾਵਣੇ ਦੋਸ਼ ਨਾ ਕਾਹੂ, ਜੋ ਤੂੰ ਦੋਸ਼ ਕਿਸੇ ਨੂੰ ਨਹੀਂ, ਕਿਉਂਕਿ ਫਲ ਤੱਕ ਪਹੁੰਚਿਆ ਪਰ ਬੀਜ ਪ੍ਰਗਟ ਨਹੀਂ ਹੋ ਸਕਿਆ। ਅਸੀਂ ਗੁਰੂ ਦੁਆਰੇ ਤੱਕ ਪਹੁੰਚ ਗਏ, ਗੁਰਬਾਣੀ ਤੱਕ ਪਹੁੰਚ ਗਏ, ਪਰ ਗੁਰਬਾਣੀ ਦਾ ਰਸ ਨਹੀਂ ਲੈ ਸਕੇ, ਗੁਰਬਾਣੀ ਦਾ ਆਨੰਦ ਨਹੀਂ ਲੈ ਸਕੇ। ਗੁਰਬਾਣੀ ਵਿੱਚੋਂ ਅਸੀਂ ਰਜਗੁਣ, ਕਾਮਗੁਣ, ਸਤਗੁਣ ਨਹੀਂ ਦੂਰ ਕਰ ਸਕੇ। ਗੁਰਬਾਣੀ ਤੱਕ ਤੇ ਪਹੁੰਚੇ ਹਾਂ, ਗੁਰੂ ਦਰ ਤੱਕ ਤੇ ਪਹੁੰਚ ਗਏ ਹਾਂ, ਪਰ ਹਜੇ ਰਜਗੁਣ, ਕਾਮਗੁਣ, ਸਤਗੁਣ ਵਿੱਚ ਨਹੀਂ ਨਿਕਲ ਸਕੇ। ਇਹਦਾ ਮਤਲਬ ਉਹ ਬੀਜ ਪ੍ਰਗਟ ਨਹੀਂ ਹੋਇਆ। ਫਿਰ ਉੱਥੇ ਮਹਾਰਾਜ ਨੇ ਆਖਿਆ ਵੀ ਇਹ ਫਿਰ ਕਤਕ ਕਰਮ ਕਮਾਵਣੇ ਵਾਲੀ ਖੇਡ ਹੈ। ਕਿਉਂਕਿ ਸਮਝਾਇਆ ਸੀ ਆਸਾੜ ਕਪੰਦਾ ਤਿਸ ਲੱਗੇ ਹਰ ਨਾਹੋ ਨਾ ਜਿੰਨਾ ਪਾਸ। ਸਮਝਾਇਆ ਸੀ ਹਰ ਜੇਠ ਜੁੜੰਦਾ ਲੋੜੀ ਹੈ ਜਿਸ ਅੱਗੇ ਸਭ ਨਿਵਨ। ਫਿਰ ਸਮਝਾਇਆ ਸੀ ਮੰਘਰ ਮਾਹੀ ਸੁਹੰਦੀਆਂ ਹਰ ਤੇਰੇ ਸੰਗ ਬੈਠੜੀਆਂ। ਫਿਰ ਸਮਝਾਇਆ ਸੀ ਪੋਖ ਤੁਖਾਰਨਾ ਵਿਆਪਾਈ ਕੰਠ ਮਿਲਿਆ ਹਰ ਨਾਮ। ਇਹ ਸਾਰੀਆਂ ਗੱਲਾਂ ਸਮਝਾਈਆਂ ਨੇ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ, ਤੇ ਆਏ ਸੁਣ ਸਭਨਾਂ ਨੂੰ ਕਰਦਾਨ। ਜੇ ਬੀਜ ਪ੍ਰਗਟ ਕਰਨਾ ਹੈ, ਫਿਰ ਜਿਨ੍ਹਾਂ ਨੇ ਸੰਗਤ ਕੀਤੀ ਗੁਰਮੁਖਾਂ ਦੀ, ਨਾਮ ਦਾ ਅਭਿਆਸ ਕੀਤਾ, ਫਿਰ ਇੱਕ ਦਿਨ ਫਲ ਗੁਣ ਆਨੰਦ ਉਹ ਗੁਣ ਮਿਲ ਗਿਆ ਜਿਹਦੇ ਨਾਲ ਫਲ ਤੱਕ ਪਹੁੰਚੇ, ਫਲ ਦੇ ਅੰਦਰ ਤੱਕ ਪਹੁੰਚੇ। ਬਾਹਰੋਂ ਤੇ ਫਲ ਦਿਸ ਰਿਹਾ ਪਰ ਰਸ ਤਾਂ ਅੰਦਰ ਭਰਿਆ, ਬੀਜ ਤਾਂ ਅੰਦਰ ਹੈ। ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ, ਰਾਮ ਕੇ ਕਰ ਕਿਰਪਾ ਦੀਆਂ ਮਿਲਾਏ ਸੇਧ ਸੁਹਾਵੀ, ਸਰਬ ਸੁਖ ਹੁਣ ਦੁੱਖਾਂ ਨਹੀਂ ਜਾਏ। ਇੱਥੇ ਉਹ ਗੱਲ ਗੁਰੂ ਸਾਹਿਬ ਜੀ ਸਮਝਾ ਰਹੇ ਨੇ ਪਿਤਾ ਜੀ ਨੂੰ ਕਿ ਅਸੀਂ ਰੁੱਖ ਨਾਲ, ਉਹਦੀਆਂ ਟਾਹਣੀਆਂ ਦੇ ਨਾਲ, ਅਸੀਂ ਉਹਦੇ ਫੁੱਲ ਨਾਲ ਜੁੜ ਗਏ, ਪਰ ਪਹੁੰਚਣਾ ਅਸੀਂ ਫਲ ਤੱਕ ਹੈ, ਕਿਉਂਕਿ ਬੀਜ ਫਲ ਵਿੱਚ ਹੈ। ਜਾਂ ਹੋਰ ਸੌਖਾ ਕਰੀਏ, ਕਿਉਂਕਿ ਬੜੀ ਬਰੀਕੀ ਨਾਲ ਸਮਝਣਾ ਪੈਣਾ ਹੈ। ਅਸੀਂ ਸਰੀਰਾਂ ਨਾਲ ਜੁੜੇ ਹੋਏ ਹਾਂ, ਅਸੀਂ ਸਰੀਰਾਂ ਦੇ ਰੰਗਾਂ ਨਾਲ ਜੁੜੇ ਹੋਏ ਹਾਂ, ਅਸੀਂ ਵੱਖ-ਵੱਖ ਮੁਲਕ ਜਿਹੜੇ ਆ ਉਹਨਾਂ ਦੇ ਸਰੀਰਾਂ ਚੰਮ ਨਾਲ ਹੀ ਜੁੜੇ ਹੋਏ ਹਾਂ। ਅਸੀਂ ਹੱਡ ਚੰਮ ਨਾਲ ਹੀ ਜੁੜੇ ਹਾਂ, ਪਰ ਬੀਜ ਤਾਂ ਅੰਦਰ ਹੈ। ਉਹ ਬੀਜ ਕਿਹੜਾ ਹੈ? ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ। ਇਹ ਬੀਜ ਹੈ। ਫਲ ਆ ਸਰੀਰ ਹੈ, ਇਹ ਸਰੀਰ ਨਾਲ ਜੁੜੇ ਹਾਂ, ਪਰ ਇਸ ਸਰੀਰ ਵਿੱਚ ਜਿਹੜਾ ਜੋਤ ਹੈ ਉਹ ਬੀਜ ਸਾਨੂੰ ਨਜ਼ਰ ਨਹੀਂ ਆ ਰਿਹਾ। ਅਸੀਂ ਸਰੀਰਾਂ ਨਾਲ ਹੀ ਜਿਹੜੇ ਜੁੜ ਕੇ ਤੇ ਵਿਤਕਰੇ ਐਸੇ ਪਾ ਕੇ ਬੈਠੇ ਹਾਂ। ਵੈਸੇ ਸਾਨੂੰ 4 ਹਿੱਸਿਆਂ 'ਚ ਪਹਿਲਾਂ ਹੀ ਵੰਡ ਦਿੱਤਾ ਗਿਆ ਸੀ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼। ਫਿਰ ਅਮੀਰੀ ਗਰੀਬੀ ਵਿੱਚ ਵੰਡ ਦਿੱਤਾ, ਫਿਰ ਬੋਲੀਆਂ ਭਾਸ਼ਾਵਾਂ ਵਿੱਚ ਵੰਡ ਦਿੱਤਾ, ਮੁਲਕਾਂ ਵਿੱਚ ਵੰਡ ਦਿੱਤਾ।
ਧਰਮ ਦੇ ਨਾਮ ਤੇ ਅਸੀਂ ਵੰਡੇ ਗਏ, ਵੰਡੇ ਵੀ ਜਾ ਰਹੇ ਹਾਂ। ਇਹ ਅਸੀਂ ਕੇਵਲ ਸ਼ਰੀਰਾਂ ਕਰਕੇ ਹੀ ਹਾਂ। ਜੇ ਅੰਦਰ ਬੀਜ ਨਾਲ ਜੁੜ ਜਾਂਦੇ ਤੇ ਅਸੀਂ ਕਦੇ ਵੰਡੇ ਨਾ ਜਾਂਦੇ, ਕਿਉਂਕਿ ਅਸੀਂ ਬੀਜ ਤੱਕ ਨਹੀਂ ਪਹੁੰਚ ਪਾ ਰਹੇ। ਜਿਸ ਦਿਨ ਬੀਜ ਨਾਲ ਜੁੜ ਗਏ ਉਸ ਦਿਨ ਚੰਮ ਨਜ਼ਰ ਨਹੀਂ ਆਏਗਾ, ਉਸ ਦਿਨ ਵਰਨ ਵੰਡ ਨਹੀਂ ਹੋਏਗੀ, ਉਸ ਦਿਨ ਇਹ ਧਰਮਾਂ ਦੇ ਨਾਮ ਤੇ ਸਾਡੀਆਂ ਵੱਡੀਆਂ ਜੜੀਆਂ ਨਹੀਂ ਪੈਣਗੀਆਂ। ਉਸ ਦਿਨ ਸਮਝ ਆ ਜਾਏਗੀ ਕਿ ਅਸੀਂ ਇੱਕੋ ਹੀ ਬੀਜ ਤੋਂ ਅੱਗੇ ਅਨੰਤ ਬੀਜ ਜਿਹੜੇ ਆ ਉਹ ਬਣੇ ਆ, ਕਿਉਂਕਿ ਉਹ ਏਕ ਹੈ, ਅਨੇਕ ਹੈ, ਅਨੇਕ ਹੈ। ਫਿਰ ਇੱਕ ਬੀਜ ਤੋਂ ਕਿੰਨੇ ਬੀਜ ਪੈਦਾ ਹੋ ਜਾਂਦੇ ਆ। ਇੱਕ ਬੀਜ ਮਿੱਟੀ ਵਿੱਚ ਦਬਿਆ ਸੀ, ਪਰ ਜਦੋਂ ਅਸੀਂ ਫਲ ਖੋਲਿਆ ਤੇ ਫਲ ਖੋਲਿਆ ਉਹਦੇ ਬੀਜ ਹੀ ਬੀਜ ਭਰੇ ਪਏ ਸਨ, ਪਰ ਉਹ ਜਿੰਨੇ ਬੀਜ ਫਲ ਵਿੱਚ ਭਰੇ ਸੀ ਉਹ ਆਏ ਤਾਂ ਇੱਕੋ ਹੀ ਬੀਜ ਤੋਂ ਨੇ। ਪਰਮੇਸ਼ਵਰ ਇੱਕ ਹੈ, ਏਕ ਪਿਤਾ ਏਕ ਸਕੇ ਹਮ। ਬੜੀ ਬਰੀਕੀ ਵਿੱਚ ਸਮਝਾਇਆ ਮਹਾਰਾਜ ਨੇ। ਅਸੀਂ ਸ਼ਰੀਰਾਂ ਨਾਲ, ਰੰਗਾਂ ਨਾਲ, ਚੰਮ ਨਾਲ ਹੀ, ਤਾਂ ਹੀ ਤੇ ਅਸ਼ਟਾਵਕਰ ਨੇ ਕਿਹਾ ਸੀ, ਜਨਕ ਮੈਨੂੰ ਬੜਾ ਭੁਲੇਖਾ ਸੀ, ਪਰ ਤੇਰੇ ਦਰਬਾਰ ਵਿੱਚ ਆ ਕੇ ਭੁਲੇਖਾ ਨਿਕਲ ਗਿਆ। ਮੈਂ ਸੋਚਿਆ ਸੀ ਜਨਕ ਦੇ ਦਰਬਾਰ ਵਿੱਚ ਬੜੇ ਚੋਟੀ ਦੇ ਵਿਦਵਾਨ ਬੈਠਦੇ ਆ, ਬੜੇ ਚੋਟੀ ਦੇ, ਪਰ ਅੱਜ ਪਤਾ ਲੱਗਾ ਵੀ ਇਹ ਸਿਰਫ ਚੰਮ ਦੇ ਹੀ ਵਿਦਵਾਨ ਨੇ। ਇਹ ਚੰਮ ਦੇ ਅੰਦਰ ਕੀ ਹੈ, ਰੱਬੀ ਜੋਤ, ਉੱਥੇ ਤੱਕ ਤਾਂ ਪਹੁੰਚੇ ਨਹੀਂ। ਸਾਡੀਆਂ ਲੜਾਈਆਂ ਵੀ ਇਸੇ ਕਰਕੇ ਨੇ, ਝਗੜੇ ਵੀ ਇਸੇ ਕਰਕੇ। ਇਸ ਲਈ ਅਸੀਂ ਚੰਮ ਦਾ ਹੀ ਗਿਆਨ ਲੈ ਕੇ ਝਗੜ ਰਹੇ ਹਾਂ। ਜਦੋਂ ਅਸੀਂ ਅੰਦਰ ਬੀਜ ਤੱਕ ਪਹੁੰਚ ਜਾਾਂਗੇ ਕੋਈ ਝਗੜਾ ਨਹੀਂ। ਉੱਥੇ ਫਿਰ ਖੇੜੀ ਉਹ ਬਣ ਜਾਣੀ ਆ, ਵਿਸਰ ਗਈ ਸਭ ਤਾਤ ਪਰ ਆਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ। ਇਹ ਹੈ ਬੀਜ ਤੱਕ ਪਹੁੰਚਣਾ। ਉਸ ਦਿਨ ਫਿਰ ਤੁਸੀਂ ਕੀ ਹੋਵਾਂਗੇ, ਸਾਰੇ ਫਿਰ ਭਾਈ ਕਨਈਆ ਬਣ ਜਾਵਾਂਗੇ। ਅਜੇ ਤੇ ਨਾਮ ਹੀ ਭਾਈ ਕਨਈਆ ਜੀ ਦਾ ਲੈ ਰਹੇ ਹਾਂ, ਪਰ ਬਣ ਨਹੀਂ ਨਾ ਰਹੇ ਹਾਂ। ਉਹ ਗੁਣ ਨਹੀਂ ਸਾਡੇ ਅੰਦਰ ਹਜੇ ਤੱਕ ਆਏ। ਇਸ ਲਈ ਮਹਾਰਾਜ ਨੇ ਆਖਿਆ ਵੀ ਅਸਲ ਵਿੱਚ ਆਪਾਂ ਜੁੜਨਾ ਬੀਜ ਨਾਲ, ਕਿਉਂਕਿ ਬੀਜ ਹੀ ਅਸਲ ਰੂਪ ਹੈ। ਇਹ ਬਾਹਰ ਦੇ ਤਾਂ ਜਿੰਨੇ ਸਾਨੂੰ ਰੂਪ ਰੰਗ ਮਿਲੇ ਆ, ਇਹ ਸਮਾਂ ਪਾ ਕੇ ਬਿਨਸ ਜਾਣੇ ਨੇ। ਬਚਪਨ ਵਿੱਚ ਚਿਹਰਾ ਹੋਰ ਦਿਸਦਾ ਸੀ, ਜੋਬਨ ਵਿੱਚ ਹੋਰ ਦਿਸਦਾ ਸੀ, ਬੁਢੇਪੇ 'ਚ ਹੋਰ ਦਿਸਦਾ ਸੀ। ਇਹ ਤਾਂ ਜਿਹੜੇ ਬਾਹਰ ਦੇ ਰੂਪ ਰੰਗ ਨੇ ਇਹ ਬਦਲ ਜਾਣੇ ਆ। ਬਾਹਰ ਦਾ ਫਲ ਵੀ ਦੇਖੋ ਜਦੋਂ ਉਹ ਬਣਦਾ ਹੈ ਤੇ ਕਿਸ ਤਰ੍ਹਾਂ ਦਾ ਹੁੰਦਾ ਹੈ, ਜਦੋਂ ਉਹ ਕੱਚਾ ਹੋਵੇ ਕਿਸ ਤਰ੍ਹਾਂ, ਜਦੋਂ ਪੱਕ ਜਾਂਦਾ ਉਹਦਾ ਰੰਗ ਬਦਲ ਜਾਂਦਾ ਹੈ। ਪਰ ਬੀਜ ਜੈਸਾ ਅੰਦਰ ਹੈ ਉਹ ਵੈਸੇ ਦਾ ਵੈਸਾ ਹੀ ਹੈ। ਇਸ ਲਈ ਉਹਨੂੰ ਸਦਾ ਸਲਾਮਤ ਆਖਿਆ ਵੀ ਉਹ ਸਦਾ ਸਲਾਮਤ ਹੈ। ਗੁਰੂ ਮਹਾਰਾਜ ਨੇ ਇਸ ਤਰ੍ਹਾਂ ਦੀਆਂ ਵਿਚਾਰਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ। ਜਿੱਥੇ ਪਿਤਾ ਕਲਿਆਣ ਦਾਸ ਜੀ ਕੋਲ ਮਾਤਾ ਜੀ ਵੀ ਬੈਠੇ ਆ, ਉਹ ਸਮਝ ਰਹੇ ਨੇ। ਆਪਾਂ ਵੀ ਜਿੱਥੇ ਜਿੱਥੇ ਤੱਕ ਇਤਿਹਾਸ ਸੁਣਾਈ ਦੇ ਰਿਹਾ, ਅਸੀਂ ਵੀ ਇਸ ਵਿਚਾਰ ਨੂੰ ਸਮਝ ਕੇ ਆਪਣੇ ਜੀਵਨ ਨੂੰ ਲੇਖੇ ਵਿੱਚ ਲਾਉਣਾ ਹੈ। ਗਿਆਨੀ ਹੈ ਫਲਕੇਰ ਸਮਾਨਾ। ਮਹਾਰਾਜ ਕਹਿੰਦੇ ਅਸਲ ਗਿਆਨੀ, ਗਿਆਨੀ ਦਾ ਮਤਲਬ ਗਿਆਨ ਰੱਖਣ ਵਾਲਾ। ਅਸਲ ਗਿਆਨੀ ਉਹ ਹੈ ਜਿਹਨੂੰ ਫਲ ਦੀ ਸਮਝ ਆ ਗਈ ਹੈ ਕਿ ਬੀਜ ਜਿਹੜਾ ਹੈ ਉਹ ਕਿੱਥੇ ਹੈ, ਉਹਦੀ ਪ੍ਰਾਪਤੀ ਕਿਵੇਂ ਹੋਵੇਗੀ। ਬੀਜ ਰੂਪ ਤੈ ਪ੍ਰਭੂ ਮਿਲਾਨਾ, ਕਿਉਂਕਿ ਉਸ ਬੀਜ ਦਾ ਮਿਲਣਾ ਹੀ ਪ੍ਰਭੂ ਦਾ ਮਿਲਣਾ ਹੈ। ਹੁਣ ਜੇ ਬੀਜ ਕੀ ਪਰਮਾਤਮਾ ਜੇ ਨਿਰੰਕਾਰ ਹੈ ਤਾਂ ਸੰਸਾਰ ਹੈ, ਜੇ ਨਿਰੰਕਾਰ ਨਹੀਂ ਤੇ ਸੰਸਾਰ ਵੀ ਨਹੀਂ। ਇਸੇ ਲਈ ਪਰਮਾਤਮਾ ਦੇ ਨਾਮ ਨੂੰ ਵੀ ਬੀਜ ਮੰਤਰ ਕਿਹਾ। ਇਹ ਉਹ ਮੰਤਰ ਹੈ ਜਿਹੜਾ ਤੁਹਾਨੂੰ ਬੀਜ ਨਾਲ ਜੁੜੇਗਾ। ਇਹ ਉਹ ਮੰਤਰ ਨਹੀਂ ਜਿਹੜਾ ਤੁਹਾਨੂੰ ਮੜੀਆਂ ਵਸਾਣਾ ਨਾਲ ਜੁੜੇਗਾ। ਇਹ ਉਹ ਮੰਤਰ ਹੈ ਜਿਹਦੇ ਨਾਲ ਤੁਹਾਨੂੰ ਬੀਜ ਦਾ ਗਿਆਨ ਹੋਏਗਾ। ਇਹ ਉਹ ਮੰਤਰ ਨਹੀਂ ਹੈ ਜਿਹਦੇ ਨਾਲ ਤੁਹਾਨੂੰ ਅਧੂਰਾ ਗਿਆਨ, ਇਹਦੇ ਵਿੱਚ ਪੂਰਾ ਗਿਆਨ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਮਹਾਰਾਜ ਨੇ ਬੀਜ ਮੰਤਰ ਦੀ ਗੱਲ ਕੀਤੀ ਹੈ। ਇਹ ਉਹ ਮੰਤਰ ਹੈ ਜਿਹੜਾ ਬੀਜ ਨਾਲ ਜੁੜਦਾ ਹੈ, ਜਿਹੜਾ ਤੁਹਾਨੂੰ ਸਰੀਰ ਨਾਲ ਨਹੀਂ ਜੁੜਦਾ। ਇਸ ਲਈ ਪੂਰਨ ਦੇਖੋ ਇਹ ਅਧੂਰਾ ਹੀ ਗਿਆਨ ਹੈ ਨਾ ਸਾਡਾ। ਜਿਹਨੂੰ ਜਿਹੜਾ ਬਹੁਤਾ ਪੜ੍ਹ ਲਿਖ ਜਾਂਦਾ ਉਹ ਰੱਬ ਨੂੰ ਮੰਨਣ ਤੋਂ ਇਨਕਾਰ ਕਰ ਦਿੰਦਾ, ਤੇ ਜਿਹੜਾ ਬਿਲਕੁਲ ਹੀ ਨਹੀਂ ਪੜ੍ਹਿਆ ਉਹ ਕਹਿੰਦਾ ਰੱਬ ਮਿਲੇਗਾ ਕਿਵੇਂ। ਬਸ ਇੱਥੇ ਅਸੀਂ ਉਲਝ ਗਏ। ਜਿਹੜਾ ਬਹੁਤਾ ਪੜ੍ਹ ਲਿਖ ਗਿਆ ਉਹਨੇ ਆਖਿਆ ਵੀ ਰੱਬ ਤਾਂ ਹੈ ਹੀ ਕੁਛ ਨਹੀਂ, ਤੇ ਜਿਹੜਾ ਬਿਲਕੁਲ ਹੀ ਨਹੀਂ ਚੱਲਿਆ ਉਹਨੇ ਆਖਿਆ ਰੱਬ ਮਿਲੇਗਾ ਕਿਵੇਂ। ਬਸ ਇੱਥੇ ਹੀ ਉਲਝ ਗਏ। ਅਸਲ ਵਿੱਚ ਗਿਆਨੀ ਹੁੰਦਾ ਕੌਣ ਹੈ, ਜਿਹੜਾ ਬੀਜ ਨੂੰ ਸਮਝ ਲਵੇ। ਉਹ ਕਾਹਦਾ ਗਿਆਨ, ਜਿਹੜਾ ਬੀਜ ਨੂੰ ਹੀ ਭੁੱਲ ਜਾਵੇ, ਜਿਹੜਾ ਬੀਜ ਨੂੰ ਮੰਨਣ ਤੋਂ ਹੀ ਇਨਕਾਰ ਕਰਦੇ। ਉਹ ਕਹਿੰਦਾ ਮੈਂ ਤੇ ਦਰਖਤ ਨੂੰ ਮੰਨਦਾ, ਮੈਂ ਦਰਖਤ ਦੀਆਂ ਜੜ੍ਹਾਂ ਨੂੰ ਨਹੀਂ ਮੰਨਦਾ। ਪਰ ਉਹਨੂੰ ਪੁੱਛੇ ਕੋਈ ਵੀ ਜੇ ਦਰਖਤ ਹੈ, ਜੇ ਜੜ੍ਹਾਂ ਹੈ ਤਾਂ ਹੀ ਦਰਖਤ ਹੈ। ਜੇ ਜੜ੍ਹਾਂ ਹੀ ਨਹੀਂ ਹੋਣਗੀਆਂ ਤੇ ਦਰਖਤ ਕਿੱਥੋਂ ਆ ਜਾਏਗਾ। ਇਹ ਆ ਵੀ ਜੜ੍ਹਾਂ ਨਹੀਂ ਦਿਸਦੀਆਂ, ਦਰਖਤ ਦਿਸਦਾ ਹੈ। ਹੁਣ ਜੜ੍ਹਾਂ ਨਾਲ ਹੀ ਦਰਖਤ ਜੁੜਿਆ ਹੋਇਆ ਹੈ, ਬੀਜ ਨਾਲ ਹੀ ਉਹ ਜਿਹੜਾ ਦਰਖਤ ਜੁੜਿਆ ਹੋਇਆ। ਪਰ ਅਸੀਂ ਕਹਿੰਦੇ ਨਹੀਂ ਦਰਖਤ ਦਿਸਦਾ ਹੈ, ਅਸੀਂ ਦਰਖਤ ਰੁੱਖ ਨੂੰ ਹੀ ਮੰਨਣਾ ਹੈ। ਕੁਦਰਤ ਦਿਸਦੀ ਹੈ, ਕੁਦਰਤ ਨੂੰ ਮੰਨਣਾ ਹੈ। ਪਰ ਕੁਦਰਤ ਕਾਦਰ ਦੇ ਆਸਰੇ ਤੇ ਖੜੀ ਹੈ। ਕੁਦਰਤ ਚੱਲ ਰਹੀ ਹੈ ਤੇ ਇਹ ਕਾਦਰ ਦੇ ਆਸਰੇ ਚੱਲ ਰਹੀ ਹੈ। ਜੇ ਕਾਦਰ ਨਹੀਂ ਤਾਂ ਕੁਦਰਤ ਨਹੀਂ, ਜੇ ਜੜ ਨਹੀਂ ਤਾਂ ਰੁੱਖ ਵੀ ਨਹੀਂ। ਇਹ ਸਰੀਰ ਜਿਹੜਾ ਚੱਲ ਰਿਹਾ ਅੰਦਰ ਉਸ ਰੱਬੀ ਜੋਤ ਦੇ ਆਸਰੇ, ਜਿੰਦ ਦੇ, ਜੇ ਉਹ ਨਹੀਂ ਤਾਂ ਸਰੀਰ ਵੀ ਨਹੀਂ। ਇੱਕ ਖਿਡੌਣਾ ਤੁਹਾਨੂੰ ਨੱਚਦਾ ਹੋਇਆ ਨਜ਼ਰ ਆ ਰਿਹਾ ਹੈ, ਉਹਦੇ ਪਿੱਛੇ ਬੈਟਰੀ ਕੰਮ ਕਰ ਰਹੀ ਹੈ। ਜੇ ਉਹ ਬੈਟਰੀ ਨਹੀਂ ਤੇ ਖਿਡੌਣਾ ਵੀ ਨਹੀਂ। ਗੱਲ ਤਾਂ ਸਮਝਣ ਦੀ ਹੈ। ਇਸ ਲਈ ਕਹਿ ਰਹੇ ਹਾਂ, ਕਹਿਣ ਲੱਗੇ ਗਿਆਨੀ ਉਹ ਜਿਹੜਾ ਫਲ ਨੂੰ ਸਮਝ ਲਏ ਤੇ ਬੀਜ ਰੂਪ ਤਾਂ ਹੈ ਪ੍ਰਭੂ ਮਿਲਾਨਾ, ਉਸ ਬੀਜ ਤੱਕ ਪਹੁੰਚਣਾ ਪ੍ਰਭੂ ਦੇ ਮਿਲਾਪ ਦੀ ਅਵਸਥਾ ਹੈ। ਅਪਰ ਸਥਾਨ ਸੋ ਪਾਵਤ ਨਹੀਂ। ਹੁਣ ਬੀਜ ਕਿੱਥੇ ਮਿਲਣਾ, ਹੋਰ ਥਾਂ ਮਿਲਣਾ ਹੀ ਨਹੀਂ। ਜਿਹੜਾ ਤੁਸੀਂ ਦਰਖਤ ਦੇਖ ਰਹੇ ਹੋ, ਉਹਨੂੰ ਲੱਗੇ ਹੋਏ ਫਲ ਨੂੰ ਦੇਖ ਰਹੇ ਹੋ, ਉਹ ਬੀਜ ਕਿੱਥੋਂ ਮਿਲਣਾ, ਫਲ ਦੇ ਵਿੱਚ ਮਿਲਣਾ ਹੈ। ਉਹ ਕਿਸੇ ਹੋਰ ਥਾਂ ਤੋਂ ਬੀਜ ਨਹੀਂ ਮਿਲਣਾ। ਜਿਨ੍ਹਾਂ ਨੂੰ ਸਮਝ ਆਈ ਉਹਨਾਂ ਨੇ ਦੁਨੀਆ ਨੂੰ ਕੀ ਸਮਝਾਇਆ, ਉਹਨਾਂ ਆਖਿਆ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ। ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਨੇ ਦੁਨੀਆ ਨੂੰ ਸਮਝਾਉਣ ਲਈ ਸੌਖਾ ਰਸਤਾ ਕਰ ਦਿੱਤਾ। ਬੰਦੇ ਖੋਜ, ਬੀਜ ਕਿੱਥੇ ਪਿਆ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਜਿਹੜਾ ਬੀਜ ਹੈ ਉਹ ਦਿਲ ਵਿੱਚ ਪਿਆ ਹੈ। ਅਸੀਂ ਲੱਭ ਕਿੱਥੇ ਰਹੇ ਹਾਂ, ਦਿਲ ਵਿੱਚ ਬੀਜ ਲੱਭਣਾ ਸੀ, ਪਰ ਦਿਲ ਤੱਕ ਤੇ ਪਹੁੰਚ ਹੀ ਨਹੀਂ ਰਹੇ, ਕਿਉਂਕਿ ਦਿਮਾਗ ਤੇ ਤ੍ਰੈ ਗੁਣ ਨੇ ਖਰਾਬ ਕੀਤਾ ਪਿਆ। ਜਿਹੜਾ ਦਿਮਾਗ ਹੈ ਸਾਡਾ, ਇਹਦੇ ਕਾਮ ਕ੍ਰੋਧ ਲੋਭ ਹੰਕਾਰ ਨੇ ਖਰਾਬ ਕੀਤਾ ਪਿਆ। ਦਿਲ ਤੱਕ ਤੇ ਪਹੁੰਚ ਹੀ ਨਹੀਂ ਰਹੇ ਅਸੀਂ ਤੇ ਦਿਮਾਗ ਤੱਕ ਹੀ ਉਲਝੇ ਪਏ ਹਾਂ। ਹੁਣ ਦਿਮਾਗ ਦੀ ਉਲਝਣ ਖਤਮ ਹੋਏਗੀ ਤੇ ਅੱਗੇ ਦਿਲ ਤੱਕ ਪਹੁੰਚਾਂਗੇ। ਤਾਂ ਹੀ ਆਖਿਆ ਸੀ ਉਹ ਦਿਲ ਹੀ ਭੀਤਰ ਜੋਏ। ਜਿਨ੍ਹਾਂ ਨੂੰ ਸਮਝ ਆਈ ਉਹਨਾਂ ਆਖਿਆ ਬੀਜ ਦਿਲ ਵਿੱਚ ਪਿਆ ਤੇਰੇ, ਤੂੰ ਲੱਭਦਾ ਕਿਤੇ ਹੋਰ ਪਿਆ ਹੈ। ਤੂੰ ਉਹਨੂੰ ਬਾਹਰੋਂ ਯਤਨ ਕਰ ਰਿਹਾ, ਬਾਹਰੋਂ ਸਰੀਰ ਨੂੰ ਕਸ਼ਟ ਦੇ ਰਿਹਾ, ਬਾਹਰੋਂ ਤੂੰ ਤਰ੍ਹਾਂ ਤਰ੍ਹਾਂ ਦੇ ਜਪ ਤਪ ਬਾਹਰ ਦੇ ਕਰ ਰਿਹਾ, ਪਰ ਬੀਜ ਤਾਂ ਤੇਰੇ ਦਿਲ ਵਿੱਚ ਪਿਆ ਹੈ। ਆਪਣੇ ਅੰਦਰ ਝਾਤੀ ਮਾਰਨੀ ਸੀ, ਤੂੰ ਦੂਜਿਆਂ ਦੇ ਜੀਵਨ ਵਿੱਚ ਝਾਤੀ ਮਾਰਨ ਲੱਗ ਪਿਆ। ਇਸ ਲਈ ਮਹਾਰਾਜ ਨੇ ਆਖਿਆ, ਕਹਿੰਦੇ ਅਪਰ ਸਥਾਨ, ਅਪਰ ਮੈਨੇ ਹੋਰ ਸਥਾਨ, ਸੋ ਪਾਵਤ ਨਹੀਂ। ਜਿਹੜਾ ਬੀਜ ਫਲ ਵਿੱਚ ਹੈ ਉਹ ਉਹਦੇ ਵਿੱਚੋਂ ਹੀ ਮਿਲਣਾ ਹੈ, ਹੋਰ ਥਾਵਾਂ ਤੋਂ ਨਹੀਂ ਮਿਲਣਾ। ਸਾਨੂੰ ਆਖਿਆ ਸੀ ਕੰਨਾਂ 'ਚ ਮੁੰਦਰਾ ਪਾ ਲਓ ਬੀਜ ਮਿਲ ਜਾਏਗਾ, ਪਰ ਮਹਾਰਾਜ ਕਹਿੰਦੇ ਕਿਵੇਂ ਮਿਲੇਗਾ। ਪਹਾੜ ਦੀ ਚੋਟੀ ਤੇ ਜਾ ਕੇ ਬੈਠ ਜਾਓ, ਬੀਜ ਮਿਲ ਜਾਏਗਾ, ਕਿਵੇਂ ਮਿਲੇਗਾ। ਜਿਹੜਾ ਹੈ ਹੀ ਫਲ ਦੇ ਵਿੱਚ, ਉਹ ਬੀਜ ਫਲ ਦੇ ਵਿੱਚੋਂ ਹੀ ਮਿਲਣਾ। ਹੁਣ ਜਿਹੜਾ ਤੁਸੀਂ ਆਪਣੇ ਘਰ ਦਾ ਕੋਈ ਵੀ ਸਮਾਨ ਤੁਸੀਂ ਆਪਣੇ ਘਰ ਦੇ ਅੰਦਰ ਰੱਖਿਆ ਕਮਰੇ ਦੇ ਵਿੱਚ, ਤੇ ਉਹ ਗੁਆਂਢੀਆਂ ਦੇ ਘਰੋਂ ਮਿਲ ਜਾਏਗਾ। ਤੁਸੀਂ 10 ਘਰ ਵੀ ਛਾਣ ਮਾਰੋ, 10 ਘਰਾਂ ਦੇ ਕਮਰੇ ਜਿਹੜੇ ਤਲਾਸ਼ੀਆਂ ਲੈ ਲਓ, ਪਰ ਮਿਲਣਾ ਕਿੱਥੋਂ ਹੈ, ਜਿਸ ਕਮਰੇ ਵਿੱਚ ਰੱਖਿਆ ਹੋਇਆ। ਅਸੀਂ ਬੀਜ ਪਿਆ ਕਿੱਥੇ ਆ, ਲੱਭ ਕਿੱਥੇ ਰਹੇ ਹਾਂ। ਬੀਜ ਮਿਲਣਾ ਕਿਵੇਂ ਆ, ਅਸੀਂ ਉਹਨੂੰ ਮਿਲਣ ਦਾ ਯਤਨ ਕਿਵੇਂ ਕਰ ਰਹੇ ਹਾਂ। ਬੜੀ ਵਾਰ ਗੱਲਾਂ ਕਈ ਰਿਪੀਟ ਕਰਨੀਆਂ ਪੈਂਦੀਆਂ ਤੇ ਕਰਦੇ ਰਹਿਣਾ ਜਿੰਨਾ ਚਿਰ ਨਹੀਂ ਸਮਝ ਆਏਗੀ। ਔਰ ਮਾਫ ਕਰਨਾ, ਇੰਨੀ ਵਿਚਾਰਾਂ ਕਰਨ ਤੋਂ ਬਾਅਦ ਵੀ ਸਮਝ ਆਉਂਦੀ ਹੈ ਵੀ ਹਜੇ ਸਾਨੂੰ ਜਪਜੀ ਸਾਹਿਬ ਹੀ ਨਹੀਂ ਸਮਝ ਆਇਆ।
ਇੰਨੇ ਸਾਲਾਂ ਦੀ ਵਿਚਾਰ ਕਰਨ ਤੋਂ ਬਾਅਦ ਵੀ ਅੱਜ ਇਦਾਂ ਲੱਗਦਾ ਜਿਵੇਂ ਅਸੀਂ ਹਜੇ ਜਪਜੀ ਸਾਹਿਬ ਦੀ ਬਾਣੀ ਨਹੀਂ ਸਮਝ ਸਕੇ। ਜਪਜੀ ਸਾਹਿਬ ਦੀ 38 ਪੌੜੀਆਂ ਛੱਡੋ, ਅਸੀਂ ਪਹਿਲੀ ਪੌੜੀ ਨਹੀਂ ਹਜੇ ਤੱਕ ਸਮਝ ਸਕੇ। ਜਿੱਦਣ ਪਹਿਲੀ ਪੌੜੀ ਸਮਝ ਲਓਗੇ ਤੁਰਨਾ ਸੌਖਾ ਹੋ ਜਾਏਗਾ, ਪਰ ਪਹਿਲੀ ਸਮਝ ਹੀ ਕੋਈ ਨਹੀਂ ਆ ਰਹੀ। ਸੋਚਿਆ ਸੋਚ ਨਾ ਹੋ ਬਈ ਬੀਜ ਨਹੀਂ ਮਿਲਣਾ। ਤਾਂ ਇਸ ਤਰ੍ਹਾਂ ਬੀਜ ਤੱਕ ਪਹੁੰਚ ਹੀ ਨਹੀਂ ਹੋਏਗਾ ਜਿੰਨੇ ਮਰਜ਼ੀ ਯਤਨ ਕਰ ਲਓ। ਸੋਚਿਆ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਹਾਂਗੇ ਅਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇੱਕ ਵੀ ਸਿਆਣਪ ਬੀਜ ਤੱਕ ਨਹੀਂ ਲਿਜਾ ਸਕਦੀ ਸਾਨੂੰ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਹੋਰ ਥਾਵਾਂ ਤੋਂ ਇਹ ਬੀਜ ਪ੍ਰਾਪਤ ਨਹੀਂ ਹੁੰਦਾ ਹੈ। ਬਸ ਹੈ ਸਦਾ ਸਤ ਸੰਗਤ ਮਾਹੀ। ਇਹ ਕਿੱਦਾਂ ਮਿਲੇਗਾ? ਸਤ ਸੰਗਤ ਵਿੱਚ ਆ ਕੇ। ਫਿਰ ਦੁਹਰਾ ਦਿਆਂ, ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਉਹ ਜਿਹੜਾ ਸੱਜਣ ਬੀਜ ਪ੍ਰਗਟ ਹੋਇਆ ਕਿਵੇਂ ਹੋਇਆ? ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸੰਤ ਸਹਾਈ ਆ ਜਿਹੜੇ ਰੱਬ ਦੇ ਪਿਆਰੇ ਸੀ, ਇਹ ਸਹਾਈ ਹੋਏ। ਆ ਸਤ ਸੰਗਤ ਇਹ ਸਹਾਈ ਹੋਈ, ਇਹਨੇ ਸਹਾਇਤਾ ਕੀਤੀ। ਸਤ ਸੰਗਤ ਨੇ ਪਰਮੇਸ਼ਵਰ ਦੇ ਨਾਮ ਨਾਲ ਜੁੜਨ ਵਿੱਚ ਬੜੀ ਮਦਦ ਕੀਤੀ, ਬੜੀ ਸਹਾਇਤਾ ਕੀਤੀ। ਤਾਂ ਹੀ ਤੇ ਮਹਾਰਾਜ ਨੇ ਆਖਿਆ ਸੀ ਰੋਜ਼ ਪੜਿਆ ਕਰੋ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧਰਿਗ ਜੀਵੈ ਧਰਿਗ ਜੀਵਾਸ। ਰੋਜ਼ ਪੜਿਆ ਕਰੋ ਨਿਤਨੇਮ ਦੀ ਬਾਣੀ ਵਿੱਚ, ਤਾਂ ਕਿ ਸਮਝ ਆ ਜਾਏ ਕਿ ਸਤ ਸੰਗਤ ਤੋਂ ਬਾਹਰ ਰਹਿ ਕੇ ਖੇਡ ਨਹੀਂ ਕਰਨੀ। ਇਸ ਲਈ ਮਹਾਰਾਜ ਨੇ ਪਿਤਾ ਜੀ ਨੂੰ ਵੀ ਆਖਿਆ, ਕਹਿੰਦੇ ਪਿਤਾ ਜੀ ਵਸੈ ਸਦਾ ਸਤ ਸੰਗਤ ਮਾਹੀ। ਸਤ ਸੰਗਤ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਏਕੋ ਨਾਮ ਵਖਾਣੀ ਹੈ। ਇਸ ਲਈ ਆਖਿਆ ਪਿਤਾ ਜੀ ਉਹ ਸਤ ਸੰਗਤ ਵਿੱਚ ਜੁੜਿਆ ਉਸ ਬੀਜ ਦੀ ਪ੍ਰਾਪਤੀ ਹੁੰਦੀ ਹੈ। हे ਪਿਤਾ ਇੱਕ ਪਰਮਾਤਮਾ ਸਾਰੇ। ਇਹ ਬਿੱਤ ਪਿਤਾ ਜੀ ਪਰਮੇਸ਼ਵਰ ਸਰਵ ਵਿਆਪਕ ਹੈ। ਉਹ ਜਿੰਨੇ ਵੀ ਅਸੀਂ ਜੀਵ ਦੇਖ ਰਹੇ ਹਾਂ ਇਹ ਬੀਜ ਸਾਰਿਆਂ ਦੇ ਵਿੱਚ ਹੈ। ਇਹ ਜਿੰਨੇ ਵੀ ਜੀਵ ਸਾਨੂੰ ਆਪਾਂ ਜਿੰਨੇ ਬੈਠੇ ਹਾਂ ਸਾਰਿਆਂ ਅੰਦਰ ਇਹ ਬੀਜ ਹੈ। ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਹਰ ਇੱਕ ਅੰਦਰ ਪਰਮੇਸ਼ਵਰ ਦਾ ਬੀਜ ਪਿਆ, ਹਰ ਇੱਕ ਦੇ ਅੰਦਰ। ਪਰ ਅਸੀਂ ਆਪਣੇ ਅੰਦਰ ਨਹੀਂ ਵੇਖ ਪਾ ਰਹੇ, ਅਸੀਂ ਦੂਜਿਆਂ 'ਚ ਕੀ ਵੇਖਾਂਗੇ? ਪਹਿਲਾਂ ਆਪਣੇ ਅੰਦਰ ਵੇਖਾਂਗੇ, ਜਦੋਂ ਅੱਖ ਖੁੱਲੇਗੀ ਫਿਰ ਜਾਂ ਵੇਖੋ ਤੈਂ ਹਜੂਰ ਦੂਰ ਕਤੋਂ ਨਾ ਜਾਏ। ਅੱਖ ਬੰਦ ਕਰਕੇ ਜਦੋਂ ਅੰਦਰ ਵੇਖਾਂਗੇ ਅੱਖ ਖੁੱਲੇਗੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਸ ਲਈ ਕਹਿ ਰਹੇ ਹਾਂ, ਕਹਿਣ ਲੱਗੇ ਵੀ ਪਿਤਾ ਜੀ ਇੱਕ ਪਰਮਾਤਮਾ ਸਾਰਿਆਂ ਵਿੱਚ ਉਹ ਵਿਆਪਕ ਹੈ। ਰਾਗ ਦਵੈਕ ਕਿਉਂ ਕਰੋ ਵਿਚਾਰੇ। ਤੇ ਜਿਹਨੂੰ ਇੱਕ ਪਰਮੇਸ਼ਵਰ ਦੀ ਸਮਝ ਆ ਗਈ, ਉਹ ਰਾਗ ਦਵੈਕ ਕਿਉਂ ਕਰੋ? ਕਿਸੇ ਨਾਲ ਪ੍ਰੇਮ ਤੇ ਕਿਸੇ ਨਾਲ ਈਰਖਾ ਕਿਉਂ ਕਰੇਗਾ ਉਹ? ਕਿਉਂਕਿ ਉਹਨੂੰ ਸਮਝ ਆ ਗਈ ਇੱਕ ਪਿਤਾ ਇੱਕ ਸਕੇ ਹਮ ਮਾਰਗ। ਸਾਡੇ ਸਾਰਿਆਂ ਦਾ ਪਿਤਾ ਇੱਕ ਬੀਜ ਇੱਕੋ ਹੀ ਹੈ, ਜਿਹਦੇ ਤੋਂ ਅਨੰਤ ਬੀਜ ਪੈਦਾ ਹੋਏ ਨੇ। ਉਹ ਫਿਰ ਕਿਸੇ ਨਾਲ ਪ੍ਰੇਮ ਕਿਸੇ ਨਾਲ ਦਵੈਕ ਈਰਖਾ ਕਿਉਂ ਕਰੇਗਾ? ਉਹ ਕਿਸੇ ਦੇ ਨਾਲ ਮਿੱਤਰਤਾਈ ਤੇ ਕਿਸੇ ਨਾਲ ਦੁਸ਼ਮਣੀ ਵਾਲੀ ਭਾਵਨਾ ਕਿਉਂ ਰੱਖੇਗਾ? ਜੇ ਅੱਜ ਸਮਾਜ ਵਿੱਚ ਹੈ, ਇਹਦਾ ਮਤਲਬ ਅਸੀਂ ਬੀਜ ਤੱਕ ਨਹੀਂ ਪਹੁੰਚੇ ਹਾਂ। ਇਹ ਮੰਨਣਾ ਪੈਣਾ। ਧਰਮ ਦੀ ਦੁਨੀਆ ਵਿੱਚ ਰਹਿ ਕੇ ਵੀ ਅਸੀਂ ਹਜੇ ਤੱਕ ਨਹੀਂ ਪਹੁੰਚ ਪਾਏ ਹਾਂ। ਅਸੀਂ ਤੇ ਸਿਰਫ ਅਜੇ ਫਲ ਦੇਖ ਰਹੇ ਹਾਂ, ਫਲ ਵਿੱਚ ਬੀਜ ਨਹੀਂ ਦੇਖ ਰਹੇ। ਉੱਥੇ ਫਿਰ ਕੋਈ ਰਾਗ ਦਵੈਕ, ਰਾਗ ਦਾ ਅਰਥ ਪ੍ਰੇਮ ਹੁੰਦਾ ਹੈ, ਦਵੈਕ ਦਾ ਅਰਥ ਈਰਖਾ ਹੁੰਦਾ ਹੈ। ਕੋਈ ਦਵੈਸ਼ ਭਾਵਨਾ ਨਹੀਂ ਰਹਿ ਜਾਂਦੀ ਹੈ। ਪਰ ਕਲਪਨਾ ਤੇ ਮਨ ਰੁਕੋ। ਇਸ ਬੀਜ ਤੱਕ ਪਹੁੰਚਣ ਲਈ ਮਨ ਦੀ ਕਲਪਨਾ ਨੂੰ ਰੋਕਣਾ ਪੈਣਾ ਹੈ। ਮਨ ਬੜੀ ਕਲਪਨਾ ਕਰਦਾ ਹੈ। ਮਨ ਤਾਂ ਹਰ ਵੇਲੇ ਅੰਦਰ ਫੁਰਨੇ ਬਣਾਈ ਜਾ ਰਿਹਾ ਹੈ। ਮਨ ਅੰਦਰ ਕਲਪਨਾ ਕਰੀ ਜਾ ਰਿਹਾ ਹੈ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ। ਮਨ ਤੇ ਹਰ ਵੇਲੇ ਅੰਦਰ ਪਲੈਨਿੰਗ ਕਰੀ ਜਾ ਰਿਹਾ ਹੈ। ਇਸ ਲਈ ਕਹਿੰਦੇ ਇਹਨੂੰ ਰੋਕੋ। ਜਦੋਂ ਇਹਨੂੰ ਰੋਕ ਲਾਂਗੇ ਤੇ ਪਤਾ ਲੱਗੇਗਾ ਕਿ ਨਹੀਂ, ਆਪਣੀ ਮਰਜ਼ੀ ਅਨੁਸਾਰ ਨਹੀਂ, ਉਹਦੀ ਮਰਜ਼ੀ ਅਨੁਸਾਰ ਚੱਲਣਾ ਪੈਣਾ। ਕਿਉਂਕਿ ਜੇ ਅਸੀਂ ਆਪਣੀ ਮਰਜ਼ੀ ਅਨੁਸਾਰ ਸੰਕਲਪ ਲੈ ਕੇ ਚੱਲਦੇ ਹਾਂ ਫਿਰ ਨਰ ਚਾਹਤ ਕੁਛ ਔਰੇ ਕੀ ਔਰੇ ਪਈ। ਚਾਹੁੰਦਾ ਬੰਦਾ ਕੁਝ ਹੋਰ ਹੈ, ਹੋ ਕੁਝ, ਮੇਰਾ ਸੰਕਲਪ ਕੁਝ ਹੋਰ ਸੀ ਪਰ ਬਣ ਕੁਝ ਹੋਰ ਗਿਆ। ਇਹਦਾ ਮਤਲਬ ਜਿਹੜਾ ਮੇਰਾ ਸੰਕਲਪ ਸੀ ਉਹ ਮੇਰੇ ਮਨ ਦੀ ਇੱਛਾ ਸੀ, ਪਰ ਜੋ ਵਰਤ ਗਿਆ ਉਹ ਉਹਦੀ ਇੱਛਾ ਹੈ, ਉਹ ਉਹਦਾ ਹੁਕਮ ਹੈ। ਇਸ ਲਈ ਮੈਂ ਆਪਣੇ ਸੰਕਲਪ ਨੂੰ ਲੈ ਕੇ ਹੁਣ ਰੋਸ ਨਾ ਕਰਾਂ, ਸਗੋਂ ਉਹਦੇ ਹੁਕਮ ਨੂੰ ਮੰਨਾਂ। ਕਿਉਂਕਿ ਹੋਣਾ ਤੇ ਉਹ ਹੈ ਜੋ ਉਹ ਚਾਹੁੰਦਾ ਹੈ, ਜੋ ਮਾਲਕ ਚਾਹੁੰਦਾ ਹੈ। ਇਸ ਲਈ ਕਈ ਵਾਰ ਐਸਾ ਹੁੰਦਾ ਹੈ ਕਿ ਨਰ ਚਾਹਤ ਕੁਛ ਔਰ, ਆਪਾਂ ਚਾਹੁੰਦੇ ਨਹੀਂ ਕੁਝ ਹੋਰ ਆ, ਪਰ ਹੁੰਦਾ ਕੀ ਹੈ ਜੋ ਉਹਨੂੰ ਪਾਉਂਦਾ ਹੈ। ਇਸ ਲਈ ਸਾਹਿਬ ਜੀ ਕਹਿੰਦੇ ਕਲਪਨਾ ਤੇ ਮਨ ਰੋਕੋ, ਆਪਣੇ ਮਨ ਨੂੰ ਰੋਕੋ। ਇਹ ਕਲਪਨਾ ਕਰੇ ਹੀ ਨਾ, ਹਰ ਕਦਮ ਉਹਦੇ ਹੁਕਮ ਵਿੱਚ ਚੱਲੇ, ਉਹਦੇ ਹੁਕਮ ਉਹਦੀ ਰਜ਼ਾ ਦੇ ਵਿੱਚ ਹਰ ਕਦਮ ਚੱਲੋ। ਜਿਉਂ ਤੇਰਾ ਹੁਕਮ ਦੇਵੈ ਤਿਉਂ ਹੋਵਣਾ, ਜਹ ਰੱਖੇ ਆਪ ਤੈਂ ਜਾਹੇ ਖੜੋਵਣਾ। ਜਿੱਥੇ ਤੂੰ ਰੱਖੇ ਉੱਥੇ ਮੈਂ ਖਲੋਣ ਨੂੰ ਤਿਆਰ ਹਾਂ। ਫਿਰ ਕੋਈ ਮਨ ਵਿੱਚ ਕਲਪਨਾ ਨਹੀਂ ਬਣੇਗੀ, ਕੋਈ ਮਨ ਵਿੱਚ ਖਿਆਲ ਜਿਹੜਾ ਉਹ ਆਪਣੇ ਆਪ ਪੈਦਾ ਨਹੀਂ ਹੋਏਗਾ। ਮਨ ਨੂੰ ਇਸ ਕਲਪਨਾ ਤੋਂ ਰੋਕਣਾ ਪਏਗਾ। ਸਰਬ ਸਥਾਨ ਏਕ ਅਵਲੋਕੋ। ਜਦੋਂ ਤੁਹਾਡਾ ਮਨ ਸੰਕਲਪ ਤੋਂ ਰੁਕ ਜਾਏਗਾ, ਕੋਈ ਫੁਰਨਾ ਅੰਦਰ ਨਹੀਂ ਬਣੇਗਾ, ਤਾਂ ਸਮਝ ਲੈਣਾ ਸਰਬ ਸਥਾਨ ਏਕ ਅਵਲੋਕੋ। ਤੇ ਤੁਹਾਨੂੰ ਸਾਰੀਆਂ ਥਾਵਾਂ ਤੇ ਮਨ ਕਰਕੇ ਇੱਕ ਕੁਦਰਤ ਵਿੱਚ ਕਾਦਰ ਦਿਸ ਪਏਗਾ। ਜਗਤ ਮੋਹਣੀ ਜੋ ਇਹ ਮਾਇਆ। ਇਹ ਜਿਹੜਾ ਜਗਤ ਹੈ ਨਾ, ਇਹ ਮੋਹਣੀ ਮਾਇਆ ਦੇ ਰੂਪ ਵਿੱਚ ਹੈ। ਮਾਇਆ ਐਸੀ ਮੋਹਣੀ ਭਾਈ ਜਿੱਤੇ ਜੀ ਤੇਤੇ ਢਕਾਈ। ਇਹ ਤ੍ਰੈ ਗੁਣੀ ਮਾਇਆ। ਦੇਖੋ ਤਿੰਨ ਗੁਣਾਂ ਨੂੰ ਇਕੱਠਾ ਕਰਕੇ ਇੱਕ ਸ਼ਬਦ ਬਣਦਾ ਮਾਇਆ। ਇਹ ਤ੍ਰੈ ਗੁਣੀ ਮਾਇਆ ਹੈ, ਇਹ ਮੋਹਣੀ ਹੈ, ਇਹ ਹਰ ਇੱਕ ਦੇ ਮਨ ਨੂੰ ਮੋਹ ਲੈਂਦੀ ਹੈ। ਜਿੰਨੇ ਵੀ ਜੀ ਨੇ ਇਸ ਮਾਇਆ ਨੇ ਮੋਹਣ ਅਗਲੀ ਗੱਲ ਬੜੀ ਧਿਆਨ ਨਾਲ ਸਮਝਣੀ ਪੈਣੀ ਹੈ। ਮਾਇਆ ਮੋਹਣੀ ਹੈ, ਇਹ ਮਾਇਆ ਦੇ ਰੂਪ ਵਿੱਚ ਜਿਹੜੀ ਮੋਹਣੀ ਹੈ, ਇਹਨੇ ਹਰ ਇੱਕ ਨੂੰ ਮੋਹਿਆ ਹੋਇਆ ਹੈ। ਇਸ ਵਿਦ ਜਾਣੋ ਜਿਉ ਤਨ ਛਾਇਆ। ਇਹ ਇਸ ਵਿਦ ਇਸ ਤਰੀਕੇ ਨਾਲ ਜਾਣੋ, ਸਮਝ ਲਓ ਜਿਉਂ ਤਨ ਛਾਇਆ, ਜਿਵੇਂ ਤਨ ਦਾ ਪਰਛਾਵਾਂ ਹੁੰਦਾ ਨਾ, ਬਸ ਇਹ ਮਾਇਆ ਵੀ ਇਸੇ ਤਰ੍ਹਾਂ ਹੈ। ਸ਼੍ਰੀ ਕਰਤਾਰ ਸੋ ਪਾਣ ਸਮਾਨਾ। ਹੁਣ ਅਗਲੀ ਗੱਲ ਬੜੀ ਧਿਆਨ ਨਾਲ ਸੁਣਿਓ। ਕਹਿੰਦੇ ਨੇ ਸ਼੍ਰੀ ਕਰਤਾਰ ਪਰਮੇਸ਼ਵਰ ਕੀ ਹੈ? ਭਾਨ ਸਮਾਨਾ। ਭਾਨ ਮੈਨੇ ਸੂਰਜ। ਹੁਣ ਸਾਡਾ ਜਿਹੜੀ ਮਾਇਆ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਸਾਡੇ ਸਰੀਰ ਦਾ ਪਰਛਾਵਾਂ ਹੁੰਦਾ ਹੈ, ਤੇ ਪਰਮੇਸ਼ਵਰ ਕੀ ਹੈ? ਭਾਨ। ਭਾਨ ਕਿਹਨੂੰ ਕਹਿੰਦੇ ਆ? ਸੂਰਜ ਨੂੰ। ਭਾਨ ਉਹ ਜਿਹੜਾ ਸੂਰਜਾਂ ਦਾ ਵੀ ਸੂਰਜ, ਉਹ ਪਰਮੇਸ਼ਵਰ ਜਿਹੜਾ ਉਹ ਸੂਰਜ ਸਮਾਨ ਹੈ। ਜਬ ਇਹ ਨਰ ਤਨ ਮੁਕਤ ਹੈ ਪਿਆਨਾ। ਇਹਨੂੰ ਆਪ ਪ੍ਰੈਕਟੀਕਲ ਕਰ ਲਿਓ। ਜਦੋਂ ਸੂਰਜ ਨਿਕਲੇ ਨਾ ਕੱਲ ਸਵੇਰੇ ਤੇ ਚੱਲਿਓ, ਸੂਰਜ ਵੱਲ ਮੁੱਖ ਕਰਕੇ ਚੱਲਿਓ। ਜਦੋਂ ਸੂਰਜ ਵੱਲ ਮੁੱਖ ਕਰਕੇ ਤੁਸੀਂ ਚੱਲੋਗੇ, ਛਾਇਆ ਸ਼ਮ ਤੈ ਪਿੱਛੇ ਲੱਗੀ। ਫਿਰ ਸਾਡੇ ਸਰੀਰ ਦਾ ਪਰਛਾਵਾਂ ਕੀ ਹੋਏਗਾ? ਪਿੱਛੇ। ਇਹ ਸਾਡੇ ਪਿੱਛੇ ਆਏਗਾ। ਇਹਨਾਂ ਤੇ ਆਪਾਂ ਪ੍ਰੈਕਟੀਕਲ ਕਰ ਹੀ ਸਕਦੇ ਹਾਂ ਨਾ, ਵੀ ਸੂਰਜ ਵੱਲ ਮੁੱਖ ਕਰਕੇ ਚੱਲੋਗੇ ਤਾਂ ਸਰੀਰ ਦਾ ਜਿਹੜਾ ਪਰਛਾਵਾਂ ਹੈ ਇਹ ਪਿੱਛੇ ਚੱਲਦਾ ਆਵੇਗਾ। ਉਹਨਾਂ ਆਦਰ ਹੈ ਹਰ ਅਨੁਰਾਗੀ। ਤੇ ਜੇ ਤੁਸੀਂ ਆਪਣਾ ਮੁੱਖ ਸੂਰਜ ਵੱਲ ਨਾ ਕਰਕੇ ਉਹਦੇ ਵੱਲ ਪਿੱਠ ਕਰ ਲਓ, ਸੂਰਜ ਵੱਲ ਤੁਸੀਂ ਮੁੱਖ ਨਾ ਕਰੋ, ਉਹਦੇ ਵੱਲ ਪਿੱਠ ਕਰ ਲਵੋ। ਹਰ ਤੇ ਪੀਠ ਜੋ ਫਿਰ ਪਿਆਨਾ। ਇਹਨੂੰ ਇਸ ਤਰ੍ਹਾਂ ਸਮਝ ਲੈਣਾ ਜਿਹਨੇ ਪਰਮੇਸ਼ਵਰ ਤੋਂ ਬੇਮੁਖ ਹੋਣਾ ਕੀਤਾ ਹੈ, ਜਿਹਨੇ ਨਿਰੰਕਾਰ ਤੋਂ ਆਪਣਾ ਮੁੱਖ ਮੋੜ ਕੇ ਸੰਸਾਰ ਵਾਲੇ ਪਾਸੇ ਕਰ ਲਿਆ। ਸੂਰਜ ਵੱਲੋਂ ਮੁੱਖ ਮੋੜ ਕੇ ਪਿੱਠ ਜਿਹੜੀ ਆ ਉਹ ਸੂਰਜ ਵੱਲ ਕਰ ਲਈ। ਮਾਇਆ ਗਹਿਣ ਚੱਕਰ ਇਆਨਾ। ਤੇ ਫਿਰ ਕੀ ਹੋਏਗਾ? ਉਹੀ ਪਰਛਾਵਾਂ ਅੱਗੇ ਆ ਜਾਏਗਾ। ਬੜਾ ਸੌਖਾ ਸਮਝਾ ਦਿੱਤਾ ਮਹਾਰਾਜ ਨੇ। ਜਦੋਂ ਸੂਰਜ ਵੱਲ ਮੁੱਖ ਕਰੋਗੇ ਪਰਛਾਵਾਂ ਪਿੱਛੇ ਆਏਗਾ, ਤੇ ਜਦੋਂ ਸੂਰਜ ਵੱਲ ਪਿੱਠ ਕਰੋਗੇ ਪਰਛਾਵਾਂ ਅੱਗੇ ਹੋ ਜਾਏਗਾ।
ਸਰੀਰ ਤਾਂ ਉਹੀ ਹੈ ਨਾ, ਫਿਰ ਪਰਛਾਵਾਂ ਤੁਹਾਡੇ ਅੱਗੇ ਅੱਗੇ ਨੂੰ ਚੱਲਣਾ ਕਰੇਗਾ। ਤਬ ਛਾਇਆ ਸਮ ਆਗੇ ਤੇ ਧਾਈ ਜਦੋਂ ਪਰਛਾਵਾਂ ਤੁਹਾਡੇ ਅੱਗੇ ਅੱਗੇ, ਜਿੰਨਾ ਤੇਜ਼ ਤੁਸੀਂ ਚੱਲੋਗੇ ਪਰਛਾਵਾਂ ਵੀ ਉਨੀ ਤੇਜ਼ੀ ਨਾਲ ਅੱਗੇ ਅੱਗੇ ਚੱਲੇਗਾ। ਕਰੇ ਜਤਨ ਬਹੁ ਕਰਨੇ ਆਈ ਤੇ ਜੇ ਤੁਸੀਂ ਉਹਨੂੰ ਪਕੜੋ ਹੱਥ ਨਾਲ, ਜੋ ਪਰਛਾਵਾਂ ਹੱਥ ਆ ਜਾਏਗਾ ਤੁਹਾਡੇ। ਤੁਸੀਂ ਤੇਜ਼ੀ ਨਾਲ ਚੱਲੋ ਪਿੱਠ ਕਰਕੇ ਸੂਰਜ ਵੱਲ, ਤੁਸੀਂ ਪਰਛਾਵੇਂ ਨੂੰ ਪਕੜਨ ਦੀ ਕੋਸ਼ਿਸ਼ ਕਰੋ, ਚੱਲਦੇ ਰਹੋ, ਉਹ ਪਰਛਾਵਾਂ ਕਦੇ ਹੱਥ ਨਹੀਂ ਆਉਂਦਾ ਹੈ। ਜਾਂ ਤੇ ਸਭ ਕੋ ਜੋ ਹੈ ਮੁਲਾ ਬਸ ਆਹ ਮੂਲ ਖੇਡ ਹੈ। ਅਸੀਂ ਜੇ ਕੋ ਗੁਰ ਤੇ ਬੇਮੁਖ ਹੋ ਗਏ, ਜੇ ਅਸੀਂ ਗੁਰੂ ਤੋਂ ਬੇਮੁਖ ਹੋ ਗਏ ਆ ਤੇ ਸਾਹਮਣੇ ਮਾਇਆ ਦਿਸਦੀ ਹੈ, ਤ੍ਰੈ ਗੁਣੀ ਸੰਸਾਰ ਦਿਸਦਾ ਹੈ, ਪਰ ਉਹ ਪਕੜ ਵਿੱਚ ਨਹੀਂ ਆ ਰਿਹਾ। ਦੌੜੀ ਜਾਓ, ਸੈਸ ਕੱਟੇ ਲੱਖ ਕੋ ਢਾਵੇ ਤ੍ਰਿਪਤ ਨਾ ਆਵੇ, ਮਾਇਆ ਕੱਛੇ ਪਾਵੇ। ਕਹਿੰਦੇ ਨੇ ਜੇ ਤੁਸੀਂ ਗੁਰੂ ਦੇ ਸਨਮੁਖ ਹੋ ਕੇ ਚੱਲੋ, ਇਹ ਤੁਹਾਡੀ ਦਾਸੀ ਬਣ ਕੇ ਤੁਹਾਡੇ ਮਗਰ ਮਗਰ ਚੱਲੇਗੀ। ਬਸ ਆਹ ਫਰਕ ਹੈ। ਸੰਸਾਰੀ ਪਰਛਾਵੇਂ ਮਗਰ ਦੌੜਦੇ ਆ ਤੇ ਭਗਤਾਂ ਦੇ ਮਗਰ ਮਾਇਆ ਦੌੜਦੀ ਹੈ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ, ਜੋ ਹਰ ਹਿਰਦੇ ਸਦਾ ਵਸਾਏ, ਜਿਹੜੇ ਹਿਰਦੇ ਵਿੱਚ ਵਸਾ ਲੈ। ਆਪ ਪਰਮੇਸ਼ਵਰ ਨੂੰ ਮੁੱਖ ਰੱਖ ਕੇ ਜਿਹੜੇ ਉਹਦੇ ਹੁਕਮ ਉਹਦੀ ਰਜ਼ਾ ਵਿੱਚ ਚੱਲਣ, ਮਾਇਆ ਉਹਦੇ ਪਿੱਛੇ ਉਹਦੀ ਦਾਸੀ ਬਣਨ ਨੂੰ ਕਰਦੀ ਹੈ। ਤੇ ਜਿਹੜੇ ਸੰਸਾਰੀ ਲੋਕ ਨੇ ਉਹ ਪਰਮਾਤਮਾ ਨੂੰ ਭੁਲਾ ਕੇ ਹਰ ਵਿਸਰਤ ਸਦਾ ਖੁਆਰੀ ਬਣ ਵਾਲੀ ਖੇਡ ਬਣਾ ਕੇ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਵਾਲੀ ਖੇਡ ਬਣਾ ਕੇ ਉਹ ਮਾਇਆ ਨੂੰ ਪਕੜਦੇ ਆ, ਪਰ ਸਾਰੀ ਜ਼ਿੰਦਗੀ ਦੌੜਦੇ ਰਹਿੰਦੇ ਆ ਤੇ ਫਿਰ ਇਹਨਾਂ ਦੇ ਹੱਥ ਨਹੀਂ ਆਉਂਦੀ, ਤ੍ਰਿਸ਼ਨਾ ਮੁਕਦੀ ਨਹੀਂ। ਇੱਕ ਦਾਸੀ ਬਣ ਗਈ, ਇੱਕ ਨੇ ਬੰਦੇ ਨੂੰ ਆਪਣਾ ਦਾਸ ਬਣਾ ਕੇ ਸਾਰੀ ਉਮਰ ਆਪਣੇ ਮਗਰ ਲਾ ਲਿਆ। ਬਸ ਫਰਕ ਇੰਨਾ ਸੀ ਕਿ ਭਗਤਾਂ ਨੇ ਪਰਮੇਸ਼ਵਰ ਵੱਲ ਮੁੱਖ ਕਰ ਲਿਆ, ਸੰਸਾਰੀਆਂ ਨੇ ਸੰਸਾਰ ਵੱਲ ਕਰ ਲਿਆ। ਸੰਸਾਰੀਆਂ ਦਾ ਮੁੱਖ ਇਦਾਂ ਸੀ ਜਿਵੇਂ ਸੂਰਜ ਵੱਲ ਪਿੱਠ ਕਰਕੇ ਚੱਲਣਾ, ਤੇ ਭਗਤ ਦਾ ਜੀਵਨ ਇਹ ਸੀ ਸੂਰਜ ਵੱਲ ਮੁੱਖ ਕਰਕੇ ਚੱਲਣਾ। ਅਸੀਂ ਸਾਰੀ ਜ਼ਿੰਦਗੀ ਰੋਂਦੇ ਰਹਿੰਦੇ ਆ ਮਾਇਆ ਦੀ ਪਦਾਰਥਾਂ ਵਾਸਤੇ, ਪਰ ਜਿਹੜੇ ਭਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬੈਠੇ ਆ ਉਹ ਤਾਂ ਜੁੱਤੀਆਂ ਗੱਡ ਕੇ ਵੀ ਕਹਿੰਦੇ ਆ ਬੇਗਮਪੁਰਾ ਸ਼ਹਿਰ ਕੋ ਨਾ ਆਓ। ਅਸੀਂ ਤੇ ਉੱਥੇ ਵਸਦੇ ਆ ਜਿੱਥੇ ਗਮ ਹੀ ਕੋਈ ਨਹੀਂ, ਦੁੱਖ ਹੀ ਕੋਈ ਨਹੀਂ, ਚਿੰਤਾ ਹੀ ਕੋਈ ਨਹੀਂ। ਅਸੀਂ ਵੱਡੇ ਵੱਡੇ ਵਪਾਰ ਕਰਕੇ ਵੀ ਰੋਈ ਜਾਂਦੇ ਆ। ਕਬੀਰ ਜੀ ਕੱਪੜਾ ਬੁਣਦੇ ਆ, ਜਿੰਨਾ ਤਿਆਰ ਕਰਦੇ ਆ ਜਾ ਕੇ ਵੇਚਦੇ ਆ, ਫਿਰ ਵੀ ਆਨੰਦ ਵਿੱਚ ਨੇ, ਫਿਰ ਵੀ ਉਹਨਾਂ ਨੂੰ ਕੋਈ ਭੈ ਨਹੀਂ ਸਤਾਉਂਦਾ ਪਿਆ। ਪਰ ਇੱਧਰ ਵੱਡੇ ਵੱਡੇ ਜੋ ਦੀਸਾਂ ਲੋਕ ਤਿੰਨ ਕੋ ਵਿਆਪੈ ਚਿੰਤਾ ਲੋਕ, ਕਿਉਂਕਿ ਉਹ ਪਰਮੇਸ਼ਵਰ ਨੂੰ ਮੰਨਣ ਨੂੰ ਤਿਆਰ ਨਹੀਂ। ਇੱਕ ਉਹ ਨੇ ਜਿਹੜੇ ਹਰ ਸਵਾਸ ਵਿੱਚ ਨਿਰੰਕਾਰ ਨੂੰ, ਨਾਮਦੇਵ ਜੀ ਕਹਿੰਦੇ ਮੈਂ ਤੇ ਜੇ ਸੂਈ ਧਾਗਾ ਲੈ ਕੇ ਕੱਪੜਾ ਸੀਉਂਦਾ ਤਾਂ ਵੀ ਆਨੰਦ ਵਿੱਚ ਆ, ਜੇ ਮੈਂ ਕੱਪੜੇ ਰੱਖਦਾ ਤਾਂ ਵੀ ਮੈਂ ਆਨੰਦ ਵਿੱਚ ਆ। ਕਿਉਂ? ਕਿਉਂਕਿ ਉਹਨਾਂ ਨੇ ਮੁੱਖ ਸੰਸਾਰ ਨਹੀਂ ਨਿਰੰਕਾਰ ਵੱਲ ਕੀਤਾ, ਇਸ ਲਈ ਉਹ ਆਨੰਦ ਵਿੱਚ ਨੇ। ਰੰਗਣ ਰੰਗੋਂ ਸੀਵਨ ਰਾਮ ਨਾਮ ਬਿਨ ਘੜੀ ਨਾ ਜੀਵੋ, ਇੱਕ ਘੜੀ ਨਹੀਂ ਉਹਦੇ ਤੋਂ ਬਿਨਾਂ ਰਹਿੰਦੇ। ਕੱਪੜੇ ਵੀ ਸਿਉਂਦੇ ਆ, ਕੱਪੜੇ ਵੀ ਰੰਗਦੇ ਆ, ਪਰ ਰਾਮ ਨਾਮ ਬਿਨ ਘੜੀ ਨਾ ਜੀਵੋ। ਪਰ ਸੰਸਾਰੀ ਬੰਦੇ ਨੂੰ ਉਦੋਂ ਰੱਬ ਚੇਤੇ ਆਉਂਦਾ ਜਦੋਂ ਵਿਪਤਾ ਗਲ ਪੈ ਜਾਏ, ਉਦੋਂ ਰੱਬ ਚੇਤੇ ਆਉਂਦਾ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ, ਉਦੋਂ ਰੱਬ ਚੇਤੇ ਆਉਂਦਾ ਜਦੋਂ ਅੱਤ ਦੀ ਮੁਸ਼ਕਲ ਬਣ ਹੋਵੇ, ਪਰ ਉਹਨੂੰ ਪਹਿਲਾਂ ਚੇਤੇ ਨਹੀਂ ਆਇਆ। ਇਸ ਲਈ ਕਹਿੰਦੇ ਸੌਖਾ ਤਰੀਕਾ ਹੈ ਕਿ ਜੇ ਤੁਸੀਂ ਸੂਰਜ ਵੱਲ ਮੁੱਖ ਕਰਕੇ ਚੱਲੋ, ਪਰਛਾਵਾਂ ਪਿੱਛੇ ਪਿੱਛੇ ਆਏਗਾ, ਪਿੱਠ ਕਰਕੇ ਚੱਲੋ ਨਾ ਪਰਛਾਵਾਂ ਅੱਗੇ ਅੱਗੇ ਚੱਲੇਗਾ। ਇਹ ਸੰਸਾਰ ਵਿੱਚ ਮਾਇਆ ਦੀ ਖੇਡ ਵੀ ਇਦਾਂ ਦੀ ਹੈ, ਜੇ ਸੰਸਾਰ ਵੱਲ ਮੁੱਖ ਕਰਕੇ ਚੱਲੋਗੇ ਇਹ ਹੱਥ ਨਹੀਂ ਆਏਗੀ, ਤੇ ਜੇ ਤੁਸੀਂ ਨਿਰੰਕਾਰ ਵੱਲ ਮੁੱਖ ਕਰਕੇ ਚੱਲੋਗੇ, ਗੁਰੂ ਦੇ ਸਨਮੁਖ ਹੋ ਕੇ ਚੱਲੋਗੇ, ਇਹ ਦਾਸੀ ਬਣ ਕੇ ਤੁਹਾਡੇ ਕਦਮਾਂ ਦੇ ਮਗਰ ਮਗਰ ਚੱਲੇਗੀ। ਬਸ ਆਹ ਜ਼ਿੰਦਗੀ ਦੀ ਖੇਡ ਹੈ। ਸਿਮਰੋ ਪ੍ਰਭੂ ਹੋਏ ਅਨਕੁਲਾ ਫਿਰ ਕੀ ਕਰੀਏ? ਦੋਵੇਂ ਗੱਲਾਂ ਸਮਝਾ ਦਿੱਤੀਆਂ। ਇਹਨੂੰ ਕਹਿੰਦੇ ਵਿਵੇਕ ਬੁੱਧੀ ਦੇ ਦਿੱਤੀ ਮਹਾਰਾਜ ਨੇ ਕਿ ਹੁਣ ਫੈਸਲਾ ਤੁਹਾਡਾ ਹੈ, ਤੁਸੀਂ ਕਿਹੜੇ ਵਾਲੇ ਪਾਸੇ ਮੁੱਖ ਕਰਕੇ ਚੱਲਣਾ। ਅੱਜ ਵੀ ਗੁਰਬਾਣੀ ਸਮਝਾ ਰਹੀ ਹੈ, ਅਸੀਂ ਫੈਸਲਾ ਅਸੀਂ ਕਰਨਾ ਹੈ ਕਿ ਅਸੀਂ ਮੁੱਖ ਕਿਹੜੇ ਵਾਲੇ ਪਾਸੇ ਕਰਕੇ ਚੱਲਣਾ ਹੈ। ਸਾਨੂੰ ਆਖਿਆ ਦੋ ਅਵਸਥਾਵਾਂ ਨੇ, ਇੱਕ ਸੁਚੱਜੀ ਤੇ ਇੱਕ ਕੁਚੱਜੀ, ਤੂੰ ਕਿਹੜੇ ਪਾਸੇ ਮੁੱਖ ਕਰਨਾ, ਇਹ ਫੈਸਲਾ ਤੇਰਾ ਆਪਣਾ ਹੈ। ਇਸ ਲਈ ਮਹਾਰਾਜ ਕਹਿੰਦੇ ਕੀ ਕਰੋ? ਸਿਮਰੋ ਪ੍ਰਭੂ ਹੋਏ ਅਨੁਕੂਲਾ, ਪਰਮੇਸ਼ਵਰ ਦੇ ਅਨੁਕੂਲ ਉਹਦੇ ਹੁਕਮ ਵਿੱਚ ਰਹਿ ਕੇ ਉਹਨੂੰ ਹਰ ਵੇਲੇ ਸਿਮਰਦੇ ਰਹੋ, ਹਰ ਵੇਲੇ ਉਹਨੂੰ ਚੇਤੇ ਰੱਖੋ। ਵਚਨ ਨਾ ਕੀ ਰਚਨਾ ਸੁਣ ਕਾਲੂ, ਜਦੋਂ ਜਿਸ ਤਰ੍ਹਾਂ ਦੇ ਬਚਨ ਗੁਰੂ ਨਾਨਕ ਸਾਹਿਬ ਜੀ ਤੋਂ ਪਿਤਾ ਕਲਿਆਣ ਦਾਸ ਜੀ ਨੇ ਇਕਾਗਰਤਾ ਵਿੱਚ ਸੁਣੇ ਹਨ, ਕਜੇ ਬਾਹਰ ਇੱਕ ਜਗਤ ਜੰਜਾਲੂ, ਜੰਜਾਲ ਉਸੇ ਵੇਲੇ ਉਸ ਜੰਜਾਲ ਤੋਂ ਛੁਟਕਾਰਾ ਹੋ ਗਿਆ। ਉਸ ਆਲ ਜੰਜਾਲ ਦੇ ਵਿੱਚੋਂ ਕਹਿੰਦੇ ਸੁਰਤ ਜਿਹੜੀ ਸੀ ਉਹ ਨਿਕਲ ਗਈ। ਉਹ ਜਿਹੜਾ ਜਾਲਾ ਬਣਿਆ ਸੀ ਨਾ, ਮੱਕੜੀ ਉਹਦੇ ਵਿੱਚ ਫਸੀ ਸੀ, ਕਹਿੰਦੇ ਉਹ ਜਾਲੇ ਤੋਂ ਮੱਕੜੀ ਆਜ਼ਾਦ ਹੋ ਗਈ। ਜਾਲਾ ਕੀ ਸੀ? ਵਿਕਾਰਾਂ ਦਾ, ਤੇ ਮੱਕੜੀ ਕੀ ਸੀ? ਮਨ ਨੇ ਇਸ ਜੰਜਾਲ ਨੂੰ ਛੱਡ ਦਿੱਤਾ। ਨਿਰਮਲ ਮਨ ਹਵੈ ਸਿਮਰਨ ਲਗਾ, ਤੇ ਜਦੋਂ ਹੀ ਇਹ ਜੰਜਾਲ ਤੋਂ ਛੁੱਟਿਆ, ਮਨ ਨਿਰਮਲ ਹੋ ਗਿਆ, ਮਲ ਤੋਂ ਰਹਿਤ ਹੋ ਗਿਆ। ਜਦੋਂ ਹੀ ਮਲ ਤੋਂ ਰਹਿਤ ਹੋਇਆ, ਸਿਮਰਨ ਲੱਗਾ, ਅੰਦਰ ਪਰਮੇਸ਼ਵਰ ਚੇਤੇ ਆਉਣ ਲੱਗ ਪਿਆ, ਅੰਦਰ ਉਹਦੀ ਯਾਦ ਜਿਹੜੀ ਸੀ ਉਹ ਬਣ ਗਈ, ਅੰਦਰ ਸਿਮਰਨ ਜਿਹੜਾ ਸੀ ਚੱਲਣ ਲੱਗ ਪਿਆ। ਉਪਜਿਓ ਗਿਆਨ ਮੋਹ ਭਾਗਾ, ਜਦੋਂ ਹੀ ਸਿਮਰਨ ਅੰਦਰ ਚੱਲਿਆ, ਗਿਆਨ ਉਤਪੰਨ ਹੋਇਆ, ਚਾਨਣ ਹੋ ਗਿਆ, ਗਿਆਨ ਦਾ ਅਰਥ ਚਾਨਣ ਹੋ ਗਿਆ। ਜਦੋਂ ਚਾਨਣ ਹੋ ਗਿਆ ਤੇ ਮੋਹ ਤਮ ਭਾਗਾ, ਤਮ ਕਹਿੰਦੇ ਹਨੇਰੇ ਨੂੰ, ਜਿਹੜਾ ਮੋਹ ਦਾ ਹਨੇਰਾ ਬਣਿਆ ਸੀ ਦੂਰ ਹੋ ਗਿਆ। ਉਹਦੇ ਵੀ ਧਿਆਨ ਰੱਖਿਓ, ਇਹ ਗੁਰੂ ਦੀ ਬਾਣੀ ਤੋਂ ਬਿਨਾਂ ਚਾਨਣ ਨਹੀਂ ਜਿਉਣਾ। ਜਿੱਥੇ ਮਰਜੀ ਜਿੰਨੇ ਮਰਜੀ ਉਪਾਅ ਕਰ ਲਓ, ਹਾਰ ਕੇ ਆਉਣਾ ਇੱਥੇ ਪੈਣਾ, ਕਿਉਂਕਿ ਜੇ ਸੌ ਚੰਦਾ ਉਗਮੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਰੁੱਖਾਂ ਹੇਠ ਦੀਵੇ ਜਿੰਨੇ ਮਰਜੀ ਵੱਲ ਲਓ, ਪਰ ਅੰਦਰ ਦਾ ਦੀਵਾ ਨਹੀਂ ਨਾ, ਜਿੰਨਾ ਚਿਰ ਬਲਣਾ ਗੱਲ ਨਹੀਂ ਬਣਨੀ। ਅੰਧਿਆਰਿਆ ਦੀਪਕ ਚਾਹੀਏ, ਇੱਕ ਵਸਤ ਦਾ ਗੋਚਰ ਲਈ ਹੈ। ਸਾਨੂੰ ਭਗਤ ਸਾਹਿਬਾਨ ਸਮਝਾਉਂਦੇ ਆ ਅੰਦਰ ਦੀਵੇ ਦੀ ਲੋੜ ਹੈ, ਕਿਉਂਕਿ ਹਨੇਰਾ ਅੰਦਰ ਹੈ, ਬਾਹਰ ਨਹੀਂ। ਅੰਦਰ ਗਿਆਨ ਦੀ ਡੋਰ ਜਿਹੜੀ ਆ, ਪ੍ਰੇਮ ਦੀ ਡੋਰ ਅੰਦਰ ਬਣਾਓ। ਅਸੀਂ ਬਾਹਰ ਰੁੱਖਾਂ ਨੂੰ ਵੀ ਡੋਰੀਆਂ ਬੰਨੀ ਜਾਂਦੇ ਆ, ਇਦਾਂ ਬੀਜ ਨਹੀਂ ਮਿਲਣਾ, ਨਾ ਇਸ ਤਰ੍ਹਾਂ ਬੀਜ ਮਿਲਿਆ ਨਾ ਮਿਲਣਾ ਹੈ। ਸਾਨੂੰ ਪ੍ਰੇਮ ਦੇ ਬੰਧਨ ਵਿੱਚ, ਪ੍ਰੇਮ ਦੀ ਡੋਰ ਵਿੱਚ ਬੰਨਣਾ ਪੈਣਾ। ਸਾਚੀ ਪ੍ਰੀਤ ਹਮ ਤੁਮ ਸਿਓ ਜੋੜੀ ਵਾਲੀ ਖੇਡ ਬਣਾਉਣੀ ਪੈਣੀ ਹੈ। ਇਸ ਲਈ ਕਹਿੰਦੇ ਉਪਜਿਓ ਗਿਆਨ, ਅੰਦਰ ਚਾਨਣ ਹੋ ਗਿਆ, ਮੋਹ ਤਮ ਭਾਗਾ, ਜਿਹੜਾ ਮੋਹ ਦਾ ਹਨੇਰਾ ਬਣਿਆ ਸੀ ਉਹ ਭੱਜ ਗਿਆ, ਦੂਰ ਹੋ ਗਿਆ। ਨਿਸ ਬਾਸੁਰ ਹਰ ਕੋ ਲਿਵ ਲਾਗੀ, ਤੇ ਜਦੋਂ ਹੀ ਮੋਹ ਦਾ ਹਨੇਰਾ ਅੰਦਰੋਂ ਨਿਕਲਿਆ, ਚਾਨਣ ਹੋ ਗਿਆ, ਫਿਰ ਲਿਵ ਜਿਹੜੀ ਸੀ ਉਹ ਦਿਨ ਰਾਤ ਲਿਵ ਨਿਰੰਕਾਰ ਦੇ। ਹੁਣ ਲਿਵ ਹੀ ਤਾਂ ਜੁੜਨੀ ਆਪਾਂ। ਜਦੋਂ ਜਨਮ ਹੋਇਆ ਸੀ ਕੀ ਹੋਇਆ? ਜਨਮ ਹੁੰਦਿਆਂ ਸਾਰ ਲਿਵ ਛੁੜਕੀ, ਲੱਗੀ ਤ੍ਰਿਸ਼ਨਾ। ਜਦੋਂ ਹੀ ਲਿਵ ਛੁੜਕੀ, ਤ੍ਰਿਸ਼ਨਾ ਉਦੋਂ ਹੀ ਲੱਗੀ, ਮਾਇਆ ਦੀ ਦੌੜ ਉਦੋਂ ਹੀ ਸ਼ੁਰੂ ਹੋਈ। ਤੇ ਸਭ ਕਹਿੰਦੇ ਜਿੰਨਾ ਚਿਰ ਲਿਵ ਤੇਰੀ ਲੱਗਣੀ ਨਹੀਂ ਉਹਨਾਂ ਚਿਰ ਗੱਲ ਵੀ ਕੋਈ ਨਹੀਂ ਬਣਨੀ। ਤੇ ਗੁਰਬਾਣੀ ਸਾਡੀ ਲਿਵ ਹੀ ਤਾਂ ਲਾਉਂਦੀ ਹੈ ਨਿਰੰਕਾਰ ਨਾਲ। ਸ਼ਬਦ ਦਾ ਅਭਿਆਸ ਕਰੀ ਚੱਲੋ, ਕਦੇ ਤਾਂ ਉਹਦੇ ਨਾਲ ਸੁਰਤ ਜੁੜੇਗੀ, ਕਦੇ ਤਾਂ ਕਨੈਕਸ਼ਨ ਸਹੀ ਲੱਗੇਗਾ। ਇਸ ਲਈ ਕਹਿੰਦੇ ਕਨੈਕਸ਼ਨ ਜੁੜ ਗਿਆ। ਜਦੋਂ ਹੀ ਜੁੜਿਆ ਫਿਰ ਲਿਵ ਜਿਹੜੀ ਸੀ ਅੰਦਰ ਲੱਗ ਗਈ। ਵਿਦੈਤ ਵੈਤ ਜੇਤੀ ਸਭ ਭਾਗੀ, ਹੁਣ ਜਿਹੜੀ ਦਵੈਤ ਭਾਵਨਾ ਸੀ ਅੰਦਰੋਂ ਖਤਮ ਹੋ ਗਈ, ਈਰਖਾ ਖਤਮ ਹੋ ਗਈ, ਨਫ਼ਰਤ ਖਤਮ ਹੋ ਗਈ। ਹੁਣ ਮਾਇਆ ਦੀ ਜਿਹੜੀ ਦੌੜ ਸੀ ਉਹ ਅੰਦਰੋਂ ਮੁੱਕ ਗਈ। ਏਕ ਲਖਿਓ ਪਰਮਾਤਮਾ ਸਾਰੇ, ਕਹਿੰਦੇ ਗੁਰੂ ਨਾਨਕ ਸਾਹਿਬ ਦੇ ਬਚਨ ਅੱਖਾਂ ਮੀਟ ਕੇ ਸੁਣ ਰਹੇ ਸੀ, ਅੰਦਰ ਲਿਵ ਲੱਗ ਗਈ, ਚਾਨਣ ਹੋ ਗਿਆ, ਸਮਝ ਆ ਗਈ। ਤੇ ਜਦੋਂ ਅੱਖਾਂ ਖੁੱਲੀਆਂ ਤੇ ਅੱਖਾਂ ਖੁੱਲਦੀਆਂ ਏਕ ਲਖਿਓ ਪਰਮਾਤਮ ਸਾਰੇ। ਹੁਣ ਜਦੋਂ ਨੇਤਰ ਖੁੱਲੇ, ਪਹਿਲਾਂ ਆਪਣੇ ਪੁੱਤਰ ਵਿੱਚੋਂ ਹੀ ਨਿਰੰਕਾਰ ਨਹੀਂ ਸੀ ਦਿਸਦਾ, ਹੁਣ ਕਹਿੰਦੇ ਸਾਰਿਆਂ ਵਿੱਚ ਨਿਰੰਕਾਰ ਦਿਸਣ ਲੱਗ ਪਿਆ। ਅਨੇਕ ਕਲਪਨਾ ਕੀ ਜਣੀ ਬਾਰੇ, ਜਿਹੜੇ ਵੱਖ-ਵੱਖ ਰੂਪ ਵਿੱਚ ਅੰਦਰ ਕਲਪਨਾ ਮਨ ਵਿੱਚ ਸੀ ਸਭ ਦੂਰ ਹੋ ਗਈ। ਜਿਉ ਸਵਾਰ ਭੁਖਣ ਮਤ ਆਗੇ। ਹੁਣ ਕਾਹਦੀ ਗੱਲ ਬੜੀ ਧਿਆਨ ਨਾਲ ਸੁਣਿਓ। ਜਿਹੜਾ ਸੁਨਿਆਰਾ ਹੁੰਦਾ ਨਾ, ਜਿਹੜਾ ਆਪਣੀ ਦੁਕਾਨ ਤੇ ਸੋਨੇ ਦੇ ਗਹਿਣੇ ਰੱਖ ਕੇ ਬੈਠਾ ਹੋਇਆ, ਉਹ ਗਹਿਣਿਆਂ ਦੇ ਨਾਲ ਨਹੀਂ ਜੁੜਦਾ। ਉਹ ਕਿਹਦੇ ਨਾਲ ਜੁੜਦਾ ਹੈ? ਉਹ ਸੋਨੇ ਨਾਲ ਜੁੜਦਾ ਹੈ। ਉਹ ਸੋਨੇ ਦੀ ਕੀਮਤ ਜਿਹੜੀ ਆ, ਉਹ ਸੋਨੇ ਦੀ ਕੀਮਤ ਨਾਲ ਜੁੜਦਾ ਹੈ। ਗਹਿਣਿਆਂ ਦੇ ਤਾਂ ਆਕਾਰ ਵੱਖਰੇ ਵੱਖਰੇ ਨੇ, ਪਰ ਉਹ ਬਣੇ ਕਿਤੇ ਤੋਂ ਨੇ? ਸੋਨੇ ਦੀ ਧਾਤ ਤੋਂ ਬਣਿਆ।
ਇਸ ਲਈ ਸੁਨਿਆਰੇ ਨੇ ਹਮੇਸ਼ਾ ਭੂਖਣ ਦਾ ਅਰਥ ਹੁੰਦਾ ਗਹਿਣੇ। ਉਹਦੀ ਮੱਤ, ਉਹਦੇ ਦਿਮਾਗ ਵਿੱਚ ਗਹਿਣੇ ਨਹੀਂ, ਉਹਦੇ ਦਿਮਾਗ ਦੇ ਵਿੱਚ ਸੋਨਾ ਚੱਲਦਾ ਹੁੰਦਾ ਹੈ। ਗਹਿਣਿਆਂ ਦੇ ਆਕਾਰ ਵੱਖਰੇ ਨੇ, ਕੋਈ ਕਿਸੇ ਰੂਪ ਵਿੱਚ, ਕੋਈ ਕਿਸੇ ਰੂਪ ਵਿੱਚ, ਕੋਈ ਕਿਸੇ ਰੂਪ ਵਿੱਚ, ਪਰ ਜਿਹੜਾ ਸਰਾਫ ਹੁੰਦਾ ਹੈ ਉਹਦੀ ਮੱਤ ਵਿੱਚ ਧਿਆਨ ਸੋਨੇ ਵੱਲ ਹੁੰਦਾ ਹੈ। ਮੋਲ ਲੇਤ ਕੰਜਣੀ ਤਪਾਗੇ ਉਹ ਜਿਹੜਾ ਮੁੱਲ ਲੈਂਦਾ ਹੈ ਉਹ ਸੋਨੇ ਦਾ ਮੁੱਲ ਲੈਂਦਾ ਹੈ। ਇਹ ਇੰਨਾ ਭਾਅ ਹੈ ਅੱਜ ਦੇ ਸੋਨੇ ਦਾ, ਆਹ 골ਡ ਦਾ ਭਾਅ ਅੱਜ ਇੰਨਾ ਹੈ, ਕੱਲ ਇੰਨਾ ਸੀ, ਅੱਜ ਇੰਨਾ ਹੈ। ਉਹ ਉਹਦੀ ਕੀਮਤ ਨੂੰ ਲੈਂਦਾ ਹੈ ਕਿਉਂਕਿ ਉਹਦੇ ਦਿਮਾਗ ਵਿੱਚ ਸੋਨੇ ਦਾ ਮੁੱਲ ਚੱਲ ਰਿਹਾ ਹੁੰਦਾ ਹੈ, ਗਹਿਣੇ ਨਹੀਂ। ਕਿਉਂਕਿ ਜੇ ਸੋਨੇ ਦੀ ਧਾਤ ਨਹੀਂ ਹੋਏਗੀ ਤੇ ਗਹਿਣੇ ਕਿੱਥੋਂ ਆ ਜਾਣਗੇ? ਚਲੋ ਇਹ ਵੀ ਗੱਲ ਸਮਝ ਲਈ ਆਪਾਂ। ਜੇ ਧਾਤ ਹੀ ਨਹੀਂ ਸੋਨੇ ਦੀ ਹੋਏਗੀ, ਗਹਿਣੇ ਕਿਤੇ ਹਵਾ 'ਚ ਥੋੜੀ ਬਣ ਜਾਣੇ ਆ। ਅਸੀਂ ਹੋਮੇ ਦੀ ਸਟੈਂਪ ਲਾ ਰਹੇ ਹਾਂ। ਮੈਂ ਦੁਨੀਆ ਵਿੱਚ ਧਰਤੀ ਵਿੱਚ ਇੰਨੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾ ਦਿੱਤੀਆਂ, ਤੇ ਜੇ ਧਰਤੀ ਨਾ ਹੁੰਦੀ ਤੇ ਹਵਾ 'ਚ ਤੇ ਬਿਲਡਿੰਗ ਨਹੀਂ ਸੀ ਬਣਨੀ। ਅਸੀਂ ਪਹਾੜਾਂ ਨੂੰ ਚੀਰ ਕੇ ਰਸਤੇ ਬਣਾ ਦਿੱਤੇ, ਜੇ ਪਹਾੜ ਹੀ ਨਾ ਹੁੰਦੇ ਤੇ ਚੀਰਦੇ ਕਿਹਨੂੰ ਤੁਸੀਂ? ਜੇ ਉਹਨੇ ਪਹਾੜ ਬਣਾਇਆ ਤਾਂ ਹੀ ਅਸੀਂ ਚੀਰ ਕੇ ਰਸਤਾ ਬਣਾਇਆ, ਤੇ ਜੇ ਉਹਨੇ ਪਹਾੜ ਬਣਾਈ ਨਾ ਹੁੰਦੇ ਤੇ ਅਸੀਂ ਰਾਹ ਕਿੱਥੋਂ ਬਣਾ ਲੈਂਦੇ? ਪਰ ਅਸੀਂ ਉਹ ਨਾ ਸਮਝ ਕੇ ਸਿਰਫ ਮੈਂ ਤੇ ਖਲੋਗੇ ਕਿ ਮੈਂ ਤੇ ਮਾਰੇ ਕਹਿੰਦੇ ਜਾਵੇ ਜਾਣੇ ਮੈਂ ਕਿਛ ਕਰਦਾ ਤਬ ਲੱਗ ਗਰਭ ਜੋਨ ਮੈਂ ਫਿਰਦਾ ਨਿਰੰਕਾਰ ਦੀ ਸਮਝ ਨਹੀਂ ਆਉਣੀ। ਬਸ ਇਸ ਮਾਇਆ ਦੀ ਲਪੇਟ ਵਿੱਚ ਲਿਪਟਿਆ ਆ ਰਿਹਾ ਤੇ ਜਾ ਰਿਹਾ। ਇਸ ਲਈ ਸਾਹਿਬ ਜੀ ਨੇ ਆਖਿਆ ਜਿਹੜਾ ਸਰਾਫ ਹੁੰਦਾ ਨਾ ਉਹਦੇ ਦਿਮਾਗ ਵਿੱਚ ਹਮੇਸ਼ਾ ਸੋਨੇ ਦਾ ਮੁੱਲ ਹੀ ਚੱਲਦਾ ਹੈ, ਤੇ ਉਹ ਸੋਨੇ ਦਾ ਮੁੱਲ ਹੀ ਜਿਹੜਾ ਖਰੀਦਣ ਵਾਸਤੇ ਆਇਆ ਉਹਦਾ ਭਾਅ ਦੱਸਦਾ ਵੀ ਅੱਜ ਇਹਦਾ ਭਾਅ ਇੰਨਾ ਹੈ। ਅਸੀਂ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨਾਲ ਜੁੜਨਾ ਹੈ, ਜਿਹਨੂੰ ਭਗਤ ਸਾਹਿਬ ਕਬਾਨ ਕਹਿੰਦੇ ਨੇ ਹਾਥ ਪਾਉ ਕਰ ਕਾਮ ਸਭ। ਇਹ ਤਾਂ ਸੰਸਾਰ 'ਚ ਹੀ ਹੈ ਨਾ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਇਹ ਨਿਰੰਕਾਰ ਨਾਲ ਜੁੜਨਾ ਹੈ। ਸਰੀਰ ਮਾਇਆ ਦੀ ਹੈ, ਇਹਨੂੰ ਮਾਇਆ ਵਿੱਚ ਹੀ ਰਹਿਣ ਦਿਓ, ਪਰ ਅੰਦਰ ਦੀ ਖੇਡ ਨਿਰੰਕਾਰ ਨਾਲ ਜੋੜ ਕੇ ਰੱਖੋ, ਕਿਉਂਕਿ ਰੱਬੀ ਜੋਤ ਸੰਸਾਰ ਦੀ ਨਹੀਂ, ਰੱਬੀ ਜੋਤ ਨਿਰੰਕਾਰ ਦੀ ਹੈ। ਗੁਰੂ ਸਾਹਿਬ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਨੂੰ ਇਸ ਤਰ੍ਹਾਂ ਸਿੱਧੂ ਗੱਲ ਸਮਝਾਈ, ਕਹਿੰਦੇ ਨੇ ਲਿਵ ਅੰਦਰ ਲੱਗ ਗਈ, ਸੁਰਤ ਅੰਦਰ ਜੁੜ ਗਈ, ਇਸ ਸਰੀਰ ਦਾ ਵੀ ਮੋਹ ਜਿਹੜਾ ਸੀ ਉਹ ਖਤਮ ਹੋ ਗਿਆ। ਸੰਸਾਰ ਵਿੱਚ ਜਿਹੜੀ ਤ੍ਰਿਕੁਟੀ ਬਣੀ ਸੀ, ਰਜ ਗੁਣ, ਤਮ ਗੁਣ, ਸਤ ਗੁਣ, ਇਹ ਵੀ ਕਹਿੰਦੇ ਇਧਰੋਂ ਵੀ ਧਿਆਨ ਜਦੋਂ ਹਟ ਗਿਆ। ਕਤਕ ਦਿਵਸ ਜਬ ਬਹੁਰ ਬਿਤਾਏ ਕੇਤਕ ਦਿਵਸ, ਕਈ ਦਿਨ ਫਿਰ ਕਹਿੰਦੇ ਇਸ ਤਰ੍ਹਾਂ ਲੰਘ ਗਏ ਹਨ। ਅੰਤ ਸਮਾ ਪਹੁੰਚਿਓ ਤਬ ਆਏ। ਹੁਣ ਸਰੀਰ ਦਾ ਅੰਤ ਸਮਾਂ ਆ ਗਿਆ। ਇਹ ਵੀ ਇੱਕ ਗੁਰੂ ਸਾਹਿਬ ਨੇ ਇੱਕ ਸਾਨੂੰ ਜੁਗਤੀ ਦਿੱਤੀ ਹੈ ਕਿ ਅੰਤ ਸਮਾਂ ਆਉਣ ਤੋਂ ਪਹਿਲਾਂ ਪਹਿਲਾਂ ਆਹ ਖੇਡ ਬਣਾ ਲਓ ਆਪਣੀ। ਅਸੀਂ ਰੋਜ਼ ਉੱਠ ਕੇ ਨਿਤਨੇਮ ਇਸੇ ਲਈ ਕਰਨਾ ਹੈ ਕਿ ਸਾਡੀ ਵੀ ਇਹ ਖੇਡ ਅੰਦਰ ਦੀ ਬਣ ਜਾਏ, ਨਹੀਂ ਤੇ ਸਮਾਂ ਤਾਂ ਆ ਹੀ ਰਿਹਾ, ਫਿਰ ਸਮਾਂ ਤਾਂ ਰੁਕਣਾ ਨਹੀਂ ਕਿਸੇ ਲਈ। ਅਸੀਂ ਸਮੇਂ ਵਿੱਚ ਆਏ, ਸਮੇਂ ਵਿੱਚ ਚਲੇ ਜਾਣਾ, ਉਹ ਪਤਾ ਹੀ ਨਹੀਂ ਕਦੋਂ ਕਿਹਦਾ ਅੰਤ ਸਮਾਂ। ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਚਲੋ 2-4 ਸਾਲ ਬਾਅਦ ਆਪਾਂ ਨਿਤਨੇਮ ਸ਼ੁਰੂ ਕਰਾਂਗੇ, 2-4 ਸਾਲ ਬਾਅਦ ਅਸੀਂ ਪਾਠ ਸ਼ੁਰੂ ਕਰਾਂਗੇ, ਸੰਗਤ ਕਰਾਂਗੇ, ਪਰ ਕੀ ਪਤਾ ਇੱਥੇ ਦੋ ਸਵਾਸ ਵੀ ਅਗਲੇ ਮਿਲਣੇ ਆ ਕਿ ਨਹੀਂ ਮਿਲਣੇ। ਅੰਤ ਸਮਾਂ ਤੇ ਕਿਸੇ ਨੂੰ ਵੀ ਨਹੀਂ ਪਤਾ। ਜੋ ਮਨ ਚੇਤਨਾ ਚੇਤੇ ਸਨ ਸੋ ਗੱਲ ਹੀ ਰੱਬ ਕੀਆਂ ਦੀ ਖੇਡ ਕਦੋਂ ਬਣ ਜਾਣੀ ਹੈ। ਹੁਣ ਜਦੋਂ ਪਹਿਲਾਂ ਖੇਡ ਬਣਾ ਦਿੱਤੀ, ਲਿਵ ਲੱਗ ਗਈ, ਸੁਰਤ ਜੁੜ ਗਈ, ਮੋਹ ਮਾਇਆ ਦਾ ਤਿਆਗ ਹੋ ਗਿਆ, ਨਿਰੰਕਾਰ ਦੀ ਸਮਝ ਆ ਗਈ, ਉਧਰੋਂ ਸਰੀਰ ਛੱਡਣ ਦਾ ਸਮਾਂ ਜਿਹੜਾ ਸੀ ਉਹ ਪਿਤਾ ਕਲਿਆਣ ਦਾਸ ਜੀ ਦਾ ਆ ਗਿਆ। ਜਿਉ ਜਗ ਫੂਲ ਮਲ ਕੋ ਡਾਰੇ ਜਿਵੇਂ ਇੱਕ ਗੱਜ ਹਾਥੀ ਮਾਲਾ ਫੁੱਲ ਦੀ ਜਿਹੜੀ ਮਾਲਾ ਹੈ ਨਾ ਉਹਨੂੰ ਸੋਖਾ ਉਤਾਰ ਦਿੰਦਾ ਹੈ। ਬਸ ਜਿਹਨੇ ਅੰਦਰ ਦੀ ਖੇਡ ਬਣਾ ਲਈ ਉਹਦਾ ਸਰੀਰ ਔਖਾ ਨਹੀਂ ਹੁੰਦਾ ਉਹਨੂੰ ਛੱਡਣਾ, ਤੇ ਜਿਹਨੇ ਖੇਡ ਨਹੀਂ ਨਾ ਬਣਾਈ ਉਹ ਤੜਪਦਾ ਫਿਰ ਬੜਾ ਹੈ। ਫਿਰ ਹੱਥ ਮਰੋੜਾ, ਕੰਨ ਕੱਪੈ, ਸਿਆਹ ਹੋਵਾ, ਕਈਆਂ ਦੇ ਸਾਹ ਬੜੇ ਔਖੇ ਨਿਕਲਦੇ ਆ। ਕਈ ਅੱਜ ਵੀ ਬਹੁਤ ਐਸੇ ਨੇ ਸਰੀਰ ਜਦੋਂ ਪਤਾ ਲੈਣ ਜਾਈਏ ਨਾ ਰੋ ਪੈਂਦੇ ਆ। ਉਹ ਰੋਂਦੇ ਪਤਾ ਕੀ ਕਹਿੰਦੇ ਆ? ਉਹ ਕਹਿੰਦੇ ਦੱਸੋ ਸਾਡਾ ਸਰੀਰ ਤੋਂ ਛੁਟਕਾਰਾ ਕਦੋਂ ਹੋਏਗਾ। ਇਹ ਨਹੀਂ ਕਹਿੰਦੇ ਕਿ ਸਾਡੀ ਬਿਮਾਰੀ ਤੋਂ ਛੁਟਕਾਰਾ ਕਦੋਂ, ਉਹ ਕਹਿੰਦੇ ਸਰੀਰ ਤੋਂ ਛੁਟਕਾਰਾ ਕਦੋਂ ਹੋਏਗਾ। ਅਸੀਂ ਬੜੇ ਔਖੇ ਆ, ਇੱਕ ਇੱਕ ਸਾਹ ਬੜਾ ਔਖਾ ਲੈ ਰਹੇ ਹਾਂ। ਅਸੀਂ ਜਿਉਂਦਿਆਂ ਵੀ ਮੋਏ ਬਰਾਬਰ ਹਾਂ, ਇਹਦੇ ਨਾਲੋਂ ਤੇ ਮੌਤ ਆ ਜਾਏ। ਕਈ ਐਸੇ ਵੀ ਨੇ ਜਿਹੜੇ ਰੋ ਰੋ ਕੇ ਮੌਤ ਮੰਗਦੇ ਆ, ਮਿਲਦੀ ਕੋਈ ਨਹੀਂ, ਤੇ ਕਈਆਂ ਦਾ ਪਤਾ ਹੀ ਕੋਈ ਨਹੀਂ ਲੱਗਦਾ, ਸੌਖਾ ਹੀ ਸਰੀਰ ਛੱਡ ਕੇ ਚਲੇ ਜਾਂਦੇ, ਪਤਾ ਹੀ ਨਹੀਂ ਲੱਗਦਾ। ਇਸ ਲਈ ਕਹਿ ਰਹੇ ਨੇ, ਕਹਿਣ ਲੱਗੇ ਜਿਹਨੇ ਅੰਦਰ ਦੀ ਖੇਡ ਬਣਾ ਲਈ ਨਾ ਉਹ ਫਿਰ ਪਤਾ ਹੀ ਨਹੀਂ ਲੱਗਦਾ। ਉੱਥੇ ਜਿਉਂ ਗੱਜ ਫੂਲ ਮਾਲ ਕੋ ਡਾਰੇ, ਜਿਵੇਂ ਹਾਥੀ ਫੁੱਲਾਂ ਦੀ ਮਾਲਾ ਸੌਖੀ ਉਤਾਰ ਦਿੰਦਾ ਹੈ, ਇਹ ਸਰੀਰ ਰੂਪੀ ਚੋਲਾ ਵੀ ਸੌਖਾ ਹੀ ਉਤਰ ਜਾਂਦਾ ਹੈ। ਤਿਉ ਤਨ ਤਜ ਬੈਕੁੰਠ ਪਧਾਰੇ। ਇਸ ਤਰ੍ਹਾਂ ਅੱਜ ਪਿਤਾ ਕਲਿਆਣ ਦਾਸ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਸਰੀਰਕ ਚੋਲਾ ਤਿਆਗ ਗਏ। ਸ਼੍ਰੀ ਨਾਨਕ ਉਤਮ ਬਿਸੰਗਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਹਿੰਦੇ ਜਦੋਂ ਆਪਣੇ ਪਿਤਾ ਜੀ ਦੇਖਿਆ ਵੀ ਸਰੀਰਕ ਚੋਲਾ ਤਿਆਗ ਗਏ ਹਨ। ਪਿਤ ਕੋ ਦਾਹੇ ਕੀਓ ਸਰਬੰਗਾ। ਦਾਹ ਦਾ ਅਰਥ ਹੁੰਦਾ ਸੰਸਕਾਰ ਕਰਨਾ, ਬੜੇ ਅਕਾਲ ਪੁਰਖ ਦੇ ਭਾਣੇ ਵਿੱਚ, ਉਹਦੇ ਹੁਕਮ ਦੇ ਵਿੱਚ, ਕਿਉਂਕਿ ਸੱਚ ਹੈ ਕਿੱਥੇ ਤੰਡੇ ਮਾਪਿਆਂ ਜਿੰਨੀ ਤੂੰ ਜਣਿਓ ਹੋਈ ਕਹਿ ਬਸ ਉਹ ਲੱਦ ਗਏ ਤੂੰ ਅਜੇ ਨਾ ਪਤੀ ਨੋਈ। ਇੱਥੇ ਇੱਕ ਬੇਨਤੀ ਕਰਕੇ ਚੱਲਾਂ, ਜਿਹੜੇ ਬੱਚੇ ਆਪਣੇ ਮਾਂ-ਬਾਪ ਦਾ ਸਤਿਕਾਰ ਕਰਦੇ ਆ ਮੁਬਾਰਕ ਹੈ, ਜਿਹੜੇ ਨਹੀਂ ਕਰਦੇ ਉਹ ਕਰਿਆ ਕਰੋ। ਪਤਾ ਨਹੀਂ ਕਿਹੜੇ ਵੇਲੇ ਇਹਨਾਂ ਨੇ ਸਾਥ ਛੱਡ ਦੇਣਾ ਤੇ ਮੁੜ ਕੇ ਦੁਨੀਆ ਤਾਂ ਲੱਭੇਗੀ ਪਰ ਮਾਪੇ ਨਹੀਂ ਲੱਭਣੇ। ਦੁਨੀਆ ਤਾਂ ਬਹੁਤ ਲੱਭ ਜਾਏਗੀ ਪਰ ਜਿਹੜਾ ਮਾਂ-ਬਾਪ ਦਾ ਪਿਆਰ ਹੈ ਇਹ ਨਹੀਂ ਕਿਤੋਂ ਮਿਲਣਾ ਸਾਨੂੰ। ਇਸ ਲਈ ਗੁਰੂ ਸਾਹਿਬ ਕਿਰਪਾ ਕਰਨ, ਬੜੇ ਪਿਆਰ ਅਦਬ ਨਾਲ ਜੋ ਰਸਮ ਹੈ ਉਹ ਪਿਤਾ ਜੀ ਦਾ ਸੰਸਕਾਰ ਗੁਰੂ ਨਾਨਕ ਸਾਹਿਬ ਨੇ ਕੀਤਾ ਹੈ। ਕੀਤਿਕ ਦਿਵਸ ਤੈ ਤੇ ਪਛਤਾਤੀ। ਅਜੇ ਕੁਝ ਦਿਨ ਹੀ ਬਤੀਤ ਹੋਏ ਸਨ। ਤ੍ਰਿਪਤਾ ਤਜੀ ਦੇਹ ਸਭ ਭਾਤੀ। ਮਾਤਾ ਤ੍ਰਿਪਤਾ ਜੀ ਨੇ ਵੀ ਸਰੀਰ ਛੱਡ ਦਿੱਤਾ। ਅਜੇ ਕੁਝ ਦਿਨ ਹੀ ਹੋਏ ਸੀ ਪਿਤਾ ਜੀ ਨੂੰ ਸਰੀਰ ਛੱਡਿਆ, ਪਰ ਇੱਧਰ ਥੋੜੇ ਦਿਨਾਂ ਬਾਅਦ ਕਹਿੰਦੇ ਅੰਦਰ ਦੀ ਖੇਡ ਮਾਤਾ ਤ੍ਰਿਪਤਾ ਜੀ, ਨਾਮ ਤ੍ਰਿਪਤਾ ਸੀ, ਅੰਦਰੋਂ ਵੀ ਤ੍ਰਿਪਤ ਹੋ ਗਏ। ਜਦੋਂ ਅੰਦਰ ਤ੍ਰਿਪਤ ਹੋ ਗਏ ਤੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਉਹਨਾਂ ਨੇ ਵੀ ਆਪਣਾ ਸਰੀਰਕ ਚੋਲਾ ਜਿਹੜਾ ਇਹ ਤਿਆਗ ਦਿੱਤਾ। ਕਹਿ ਕੋ ਦਾਹ ਕੀ ਨ ਸਭ ਰੀਤੀ। ਕਹਿੰਦੇ ਥੋੜੇ ਦਿਨਾਂ ਬਾਅਦ ਆਪਣੇ ਮਾਤਾ ਜੀ ਦਾ ਸੰਸਕਾਰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਹੱਥੀਂ ਕੀਤਾ ਹੈ। ਕੀ ਬੈਕੁੰਠ ਕਰਤੇ ਹੋ ਸਭ ਪ੍ਰੀਤੀ। ਕਹਿੰਦੇ ਪੁੱਤਰ ਦੇ ਨਾਲ ਪ੍ਰੀਤ ਤਾਂ ਪਹਿਲਾਂ ਹੀ ਬੜੀ ਸੀ, ਪਰ ਸਰੀਰਕ ਚੋਲਾ ਛੱਡਣ ਤੋਂ ਪਹਿਲਾਂ ਨਾਨਕ ਵਿੱਚੋਂ ਨਿਰੰਕਾਰ ਦਿਸ ਪਿਆ। ਬੇਨਤੀ ਕਰਕੇ ਚੱਲਾਂ, ਸਮਾਂ ਸਮਾਪਤ ਹੋ ਗਿਆ। ਕਿੰਨੇ ਸਾਲ ਹੋ ਗਏ ਆਪਾਂ ਨੂੰ ਪਾਠ ਕਰਦੇ ਹਾਂ, ਕਿੰਨੇ ਸਾਲ ਹੋ ਗਏ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਕੋਲ ਆਉਂਦੇ ਆ। ਕਦੇ ਅਸੀਂ ਬਾਣੀ ਚੋਂ ਗੁਰੂ ਵੇਖਿਆ, ਕਦੇ ਅਸੀਂ ਗੁਰਬਾਣੀ ਵਿੱਚੋਂ ਗੁਰੂ ਦਾ ਦਰਸ਼ਨ ਕੀਤਾ। ਪੜ੍ਹਦੇ ਹਾਂ ਤੇ ਜ਼ਿੰਦਗੀ ਲੰਘ ਚੱਲੀ ਆ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਤੇ ਕਈ ਕਹਿੰਦੇ ਜੀ ਗੁਰੂ ਤਾਂ ਗੁਰਦੁਆਰੇ ਆ, ਜਿਹੜੇ ਘਰਾਂ ਵਿੱਚ ਨਿਤਨੇਮ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਰੱਖੇ ਹੋਏ ਇਹਦੇ ਵਿੱਚ ਕੀ ਹੈ? ਉਹਦੇ ਵਿੱਚ ਵੀ ਤਾਂ ਗੁਰੂ ਹੀ ਹੈ, ਪਰ ਅਸੀਂ ਗੁਰੂ ਨੂੰ ਸਮਝੀਏ ਨਹੀਂ। ਤੁਸੀਂ ਘਰ ਵਿੱਚ ਜੇ ਗੁਟਕਾ ਸਾਹਿਬ ਖੋਲ ਕੇ ਪਾਠ ਕਰਦੇ ਹੋ ਤੇ ਉਹ ਵੀ ਤਾਂ ਬਾਣੀ ਗੁਰੂ, ਗੁਰੂ ਹੈ ਬਾਣੀ, ਪਰ ਅਸੀਂ ਬਾਣੀ ਪੜ੍ਹੀ ਪਰ ਗੁਰੂ ਨੂੰ ਸਮਝੀਏ ਨਹੀਂ। ਤੇ ਜੇ ਇੰਨੇ ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਤੇ ਆਉਂਦਿਆਂ, ਅਰਦਾਸਾਂ ਕਿੰਨੀ ਵਾਰ ਕਰ ਲਈਆਂ ਹੋਣਗੀਆਂ, ਪਰ ਕਦੀ ਮਹਿਸੂਸ ਕੀਤਾ 10 ਪਾਤਸ਼ਾਹੀਆਂ ਦੀ ਜੋਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਕਦੀ ਅਸੀਂ ਕਿਹਾ ਵੀ ਤੁਸੀਂ 10 ਪਾਤਸ਼ਾਹੀਆਂ ਦੀ ਜੋਤ? ਕਦੀ ਆਖਿਆ ਪ੍ਰਗਟ ਗੁਰਾਂ ਕੀ? ਦੇ ਆਖਦੇ ਤਾਂ ਹਾਂ, ਪਰ ਸਮਝਿਆ ਕਿਨੇ ਆ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਗੋ ਚਾਹੇ ਖੋਜ। ਅਸੀਂ ਕਿੰਨਾ ਕੁ ਰੋਜ਼ ਖੋਜ ਰਹੇ ਹਾਂ, ਪੜ੍ਹਦੇ ਰਹੇ ਹਾਂ, ਪੜ੍ਹ ਗੱਡੀ ਲੱਦੀ ਹੈ, ਕੋਈ ਸ਼ੱਕ ਨਹੀਂ ਹੈ, ਪਰ ਖੋਜ ਕੌਣ ਰਿਹਾ ਹੈ? ਜ਼ਿੰਦਗੀ ਦਾ ਸਮੇਂ ਦਾ ਅੰਤ ਪਤਾ ਨਹੀਂ ਕਦੋਂ ਹੋ ਜਾਣਾ। ਮੇਰੇ ਸਮੇਤ ਆਪਾਂ ਸਾਰੇ ਰਲ ਕੇ ਖੋਜਿਆ ਕਰੀਏ ਕਿਤੇ ਸਾਨੂੰ ਸ਼ਬਦ ਵਿੱਚੋਂ ਗੁਰੂ ਦੇ ਸਕੇ।
ਖੋਜਿਆ ਕਰੀਏ ਵੀ ਕਿਤੇ ਸਾਨੂੰ ਖੋਜ ਸ਼ਬਦ ਮੈਂ ਲੈ ਕਿਤੇ ਰੱਬ ਦਿਸ ਜਾਏ, ਰੱਬੀ ਜੋਤ ਹੀ ਕਿਤੇ ਗੁਰੂ ਸਾਹਿਬ ਤੋਂ ਦਿਸ ਜਾਏ ਤੇ ਅਗਿਆਨਤਾ ਅੰਦਰੋਂ ਮੁੱਕ ਜਾਏ ਤੇ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ। ਮਾਤਾ ਪਿਤਾ ਜੀ ਸਾਰੀ ਉਮਰ ਇਹੀ ਕਹਿੰਦੇ ਰਹੇ ਪੁੱਤਰ ਨਾਨਕ ਜੀ ਦੇ ਰੂਪ ਵਿੱਚ ਪੁੱਤਰ ਹੀ ਦੇਖਦੇ ਰਹੇ, ਪਰ ਸਰੀਰਕ ਚੋਲਾ ਛੱਡਣ ਤੋਂ ਪਹਿਲਾਂ ਨਾਨਕ ਜੀ ਵਿੱਚੋਂ ਨਿਰੰਕਾਰ ਦਿਸ ਪਿਆ ਤੇ ਜਦੋਂ ਨਿਰੰਕਾਰ ਦਿਸਿਆ ਤੇ ਫਿਰ ਕੀ ਹੋਇਆ? ਫਿਰ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੰਡ ਮਿਲਿਆ। ਤੇ ਜਿਹੜਾ ਗੁਰੂ ਨੂੰ ਸਮਝ ਕੇ ਚੱਲਦਾ ਨਾ ਉਹਨਾਂ ਲਈ ਰੋਣਾ ਵੀ ਕੋਈ ਨਹੀਂ ਚਾਹੀਦਾ, ਉਹਨਾਂ ਲਈ ਅਫਸੋਸ ਵੀ ਕੋਈ ਨਹੀਂ ਕਰਨਾ ਚਾਹੀਦਾ। ਕਬੀਰ ਸੰਤ ਮੂਏ ਤੋਂ ਕਿਆ ਹੋਈਏ, ਕਹਿੰਦੇ ਸੰਤ ਮੂਏ, ਸੰਤ ਦੇ ਮਰਨ ਨਾਲ ਕਾਹਦਾ ਰੋਣਾ ਹੈ? ਜੋ ਆਪਣੇ ਗ੍ਰਹਿ ਜਾਏ, ਜਿਹੜਾ ਆਪਣੇ ਘਰ ਚਲਾ ਗਿਆ, ਜਿਸ ਘਰ ਚੋਂ ਰੱਬੀ ਜੋਤ ਆਈ ਸੀ ਉਹ ਆਪਣੇ ਘਰ ਚਲੀ ਗਈ। ਹਾਂ ਰੋਣਾ ਹੈ ਤੇ ਉਸ ਸਾਕਤ ਲਈ ਰੋਵੋ ਜਿਹਨੇ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨੂੰ ਨਹੀਂ ਸਮਝਿਆ। ਰੋਵੋ ਸਾਕਤ ਵਾਪੜੇ ਜੋ ਹੱਟ ਹੈ, ਹਾਟ ਦਿਖਾਏ ਆ ਵੀ ਹੱਟੀ ਹੈ, ਇਸ ਹੱਟੀ ਤੋਂ ਆਪਾਂ ਇਹਾਂ ਖਾਟ ਚਲੋ ਹਰ ਲਾਹਾ ਆਗਿਆ ਬਸਨ ਸੁਹੇਲਾ ਦੀ ਖੇਡ ਬਣਾਉਣੀ ਹੈ। ਅਸੀਂ ਜਿਸ ਲਈ ਆਏ ਹਾਂ ਸੌਦਾ ਲੈਣ, ਉਹ ਸੌਦਾ ਜ਼ਰੂਰ ਮੰਗ ਕੇ ਆਪਾਂ ਰੋਜ਼ ਜਾਇਆ ਕਰੀਏ ਤਾਂ ਕਿ ਸਾਡਾ ਜੀਵਨ ਵੀ ਲਿਖੇ ਵਿੱਚ ਲੱਗ ਜਾਏ। ਆਪਣਾ ਨਾਮ ਦਿਓ, 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 ਆਪਣਾ ਨਾਮ ਦਿਓ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਇਹ ਸਾਡੀ ਤੁਹਾਡੀ ਸਭਨਾਂ ਦੀ ਬੇਨਤੀ ਹੈ ਤਾਂ ਕਿ ਸਵਾਸ ਸਵਾਸ ਨਿਰੰਕਾਰ ਦੇ ਨਾਮ ਦੇ ਨਾਲ ਜੁੜਿਆ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣਾ ਸਕੀਏ। ਅੱਜ ਦੀ ਵਿਚਾਰ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ਦੇ ਹਾਂ, ਅੱਗੇ ਤੋਂ ਮਿਹਰ ਦਾ ਹੱਥ ਰੱਖਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।